ਵੇਖੋ ਮੇਰੇ ਸਾਹਿਬ ਸੱਚੇ ਪਾਤਸ਼ਾਹ ਦਾ ਹਿਰਦਾ ਕਿਤਨਾ ਵਿਸ਼ਾਲ ਹੈ। ਸਭ ਨੂੰ ਆਪਣੇ ਕਲਾਵੇਂ ਵਿੱਚ ਲੈਂਦੇ ਹਨ। ਭੇਦਵਾਦੀ ਬਿਰਤੀ ਨਾਲ ਮਹਾਰਾਜ ਜੀ ਨੇ ਨਹੀਂ ਆਖਿਆ ਕਿ ਤੁਹਾਡਾ ਸਿਧਾਂਤ ਗਲਤ ਹੈ, ਇਹ ਨਹੀਂ ਆਖਿਆ ਵੀ ਤੁਸੀਂ ਗਲਤ ਹੋ। ਮਹਾਰਾਜ ਜੀ ਨੇ ਆਖਿਆ ਜਿੰਨਾ ਉਹਨਾਂ ਵੇਖਿਆ ਉਹਨਾਂ ਕਹਿ ਦਿੱਤਾ, ਜਿੰਨਾ ਅਸੀਂ ਵੇਖਿਆ ਉਹਨਾਂ ਅਸੀਂ ਕਹਿ ਦਿੱਤਾ। ਨਾ ਉਹਨਾਂ ਝੂਠ ਕਿਹਾ ਤੇ ਨਾ ਅਸਾਂ ਝੂਠ ਆਖਿਆ। ਲਾਖਨ ਪਰੇ ਨਾ ਓਰਕ ਕੋਈ। ਅਸਲੀਅਤ ਤਾਂ ਇਹ ਹੈ ਪੀਰ ਦਸਤਗੀਰ ਕਿ ਗਿਣਤੀ ਕੋਈ ਨਹੀਂ। ਓੜਕ ਦਾ ਮਤਲਬ ਹੁੰਦਾ ਵੀ ਅੰਤ ਹੀ ਕੋਈ ਨਹੀਂ। ਲੱਖਾਂ ਤੋਂ ਵੀ ਪਰੇ ਦੀ ਗੱਲ ਹੈ, ਗਿਣਤੀ ਨਹੀਂ ਕੀਤੀ ਜਾ ਸਕਦੀ। ਕਿਤਨੇ ਪਤਾਲ ਤੇ ਕਿਤਨੇ ਆਕਾਸ਼ ਹਨ। ਬੇਸ਼ੁਮਾਰ ਸਾਹਿਬ ਐ ਸੋਈ। ਉਹ ਸਾਹਿਬ ਉਹ ਅਕਾਲ ਪੁਰਖ ਬੇਸ਼ੁਮਾਰ ਹੈ, ਉਹਦਾ ਕੋਈ ਸ਼ੁਮਾਰ ਨਹੀਂ, ਅੰਤ ਨਹੀਂ। ਦਸਤਗੀਰ ਸੁਨ ਸਾਚ ਨ ਮਾਨੀ। ਜਦੋਂ ਪੀਰ ਦਸਤਗੀਰ ਨੇ ਮਹਾਰਾਜ ਜੀ ਦੇ ਇਹ ਬਚਨ ਸੁਣੇ ਤੇ ਸੁਣ ਕੇ ਨੇ ਸੱਚ ਨਹੀਂ ਮੰਨਿਆ, ਕਿਉਂਕਿ ਹਾਲੇ ਵੀ ਅੰਦਰ ਤਰਕ ਦੀ ਬਿਰਤੀ ਸੀ। ਗੁਰੂ ਸਾਹਿਬ ਜੀ ਉੱਤੇ ਕਿਹੜਾ ਇਹਦੇ ਮਨ 'ਚ ਭਾਵਨਾ ਜਾਂ ਸ਼ਰਧਾ ਸੀ ਹਾਲੇ। ਇਸ ਕਰਕੇ ਗੁਰੂ ਸਾਹਿਬ ਦੇ ਕਹੇ ਹੋਏ ਨਾ ਬਚਨਾਂ ਨੂੰ ਇਹਨੇ ਸੱਚ ਕਰਕੇ ਨਹੀਂ ਮੰਨਿਆ। ਏਤ ਬਿਲੋਕਨ ਬੋਲਿਓ ਬਾਨੀ। ਵੇਖਣ ਵਾਸਤੇ ਬੋਲਿਆ, ਕਹਿੰਦਾ ਜੀ ਮੈਂ ਤਾਂ ਵੇਖਣਾ ਚਾਹਾਂਗਾ। ਕਹੇ ਪ੍ਰਤੀਤ ਨ ਆਵੈ ਮੋਕੋ। ਕਹਿੰਦਾ ਜੀ ਤੁਹਾਡੇ ਕਹਿਣ ਤੇ ਨਹੀਂ ਮੈਨੂੰ ਪ੍ਰਤੀਤ ਆਉਂਦੀ ਵੀ ਤੁਸੀਂ ਕਹੋ ਤੇ ਮੈਂ ਮੰਨ ਲਵਾਂ। ਏਦਾਂ ਨਹੀਂ ਮੇਰੇ ਮਨ 'ਚ ਭਰੋਸਾ ਤੇ ਯਕੀਨ ਆਉਂਦਾ। ਦਿਓ ਦਿਖਾਏ ਜੇ ਹੈ ਸੁਧ ਤੋਕੋ। ਜੇ ਤੁਹਾਨੂੰ ਸੁਧ ਹੈ ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਦੀ, ਤੇ ਫਿਰ ਹੈ ਨਾਨਕ ਪੀਰ ਜੀ ਮੈਨੂੰ ਫਿਰ ਉਹ ਵਿਖਾਓ ਲੱਖਾਂ ਪਤਾਲ ਤੇ ਲੱਖਾਂ ਆਕਾਸ਼। ਸੁਤ ਮੇਰੇ ਕੋ ਸੰਗ ਲਿਜਾਵੋ। ਤੁਸੀਂ ਮੇਰੇ ਪੁੱਤਰ ਨੂੰ ਨਾਲ ਲੈ ਜਾਓ। ਮੈਂ ਨਹੀਂ ਜਾ ਸਕਦਾ, ਮੈਂ ਬਿਰਧਾਂ। ਮੇਰੇ ਬੇਟੇ ਨੂੰ, ਮੇਰੇ ਪੁੱਤਰ ਨੂੰ ਆਪਣੇ ਨਾਲ ਲੈ ਜਾਓ। ਇਹ ਵੇਖ ਕੇ ਆਏਗਾ, ਮੈਨੂੰ ਦੱਸੇਗਾ, ਤਾਂ ਮੈਂ ਮੰਨਾਂਗਾ, ਤਾਂ ਮੇਰੇ ਮਨ ਦੀ ਤਸੱਲੀ ਹੋਵੇਗੀ। ਜਿਤੀ ਪਹੁੰਚਿਆ ਤਿਤੇ ਦਿਖਾਵੋ। ਜਿੰਨੇ ਪਤਾਲਾਂ ਆਕਾਸ਼ਾਂ ਤੱਕ ਤੁਹਾਡੀ ਪਹੁੰਚ ਹੈ, ਆਪ ਜੀ ਕਿਰਪਾ ਕਰਕੇ ਮੈਨੂੰ ਓਨੇ ਕੁ ਵਿਖਾ ਦਿਓ ਮੇਰੇ ਬੇਟੇ ਨੂੰ, ਤੇ ਮੈਂ ਇਹਦੇ ਗੱਲ ਦੇ ਉੱਤੇ ਯਕੀਨ ਕਰ ਲਵਾਂਗਾ। ਸੁਨ ਕਹਤੇ ਚਿਨ ਸ਼੍ਰੀ ਜਗਨਾਥਾ। ਜਗਤ ਦੇ ਨਾਥ ਸਤਿਗੁਰੂ ਜੀ ਨੇ ਜਦੋਂ ਪੀਰ ਦਸਤਗੀਰ ਦੀ ਇਹ ਗੱਲ ਸੁਣੀ, ਤੈਂ ਕੋ ਗਇਓ ਹੱਥ ਮੈਂ ਹਾਥਾ। ਪੀਰ ਦਸਤਗੀਰ ਦੇ ਪੁੱਤਰ ਦਾ ਹੱਥ ਸਤਿਗੁਰੂ ਜੀ ਨੇ ਆਪਣੇ ਹੱਥਾਂ ਵਿੱਚ ਲਿਆ। ਭਾਈ ਗੁਰਦਾਸ ਸਾਹਿਬ ਨੇ ਲਿਖੀ ਇਹ ਬਾਤ, ਕਹਿੰਦੇ ਪੀਰ ਦਸਤਗੀਰ ਦੇ ਪੁੱਤਰ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਕਹਿਓ ਕਿ ਲੋਚਨ ਮੂੰਦੋ ਦੋਈ। ਉਹਨੂੰ ਆਖਿਆ ਬੇਟਾ ਅੱਖਾਂ ਬੰਦ ਕਰ ਲੈ ਦੋਵੇਂ, ਨੇਤਰ ਮੁੰਦ ਲੈ, ਚੱਲ ਤੈਨੂੰ ਲੱਖ ਪਤਾਲ ਤੇ ਲੱਖ ਆਕਾਸ਼ ਵਿਖਾਈਏ। ਚਾਹੋ ਜੋ ਦੇਖ ਲਿਓ ਅਬ ਸੋਈ। ਜੋ ਤੇਰਾ ਪਿਤਾ ਚਾਹੁੰਦਾ ਵੇਖਣਾ ਉਹ ਤੂੰ ਵੇਖ ਲੈ ਆਪਣੀਆਂ ਅੱਖਾਂ ਨਾਲ। ਮੁੰਦਰਿਤ ਨੈਣ ਕੀਏ ਤਿਨ ਜਬਈ। ਕਹਿੰਦੇ ਜਦੋਂ ਪੀਰ ਦਸਤਗੀਰ ਦੇ ਪੁੱਤਰ ਨੇ ਅੱਖਾਂ ਬੰਦ ਕੀਤੀਆਂ, ਅਪਰ ਆਕਾਸ਼ ਦਿਖਾਇਓ ਤਬਈ। ਕਹਿੰਦੇ ਕਿਹੋ ਜੇ ਮੰਡਲ ਵਿੱਚ ਲੈ ਗਏ ਸਤਿਗੁਰੂ ਜੀ ਉਹਨੂੰ, ਪੀਰ ਦਸਤਗੀਰ ਦੇ ਬੇਟੇ ਨੂੰ, ਜਿੱਥੇ ਤਿੰਨਾਂ ਕਾਲਾਂ ਦਾ ਅਭਾਵ ਹੋ ਜਾਂਦਾ ਹੈ। ਜਿੱਥੇ ਅਸੀਂ ਰਹਿ ਰਹੇ ਹਾਂ ਇੱਥੇ ਸਾਡੇ ਤਿੰਨੇ ਕਾਲ ਨੇ, ਭੂਤ ਕਾਲ ਹੈ, ਵਰਤਮਾਨ ਕਾਲ ਹੈ ਤੇ ਭਵਿੱਖ ਵੀ ਹੈ। ਜਿੱਥੇ ਪੀਰ ਦਸਤਗੀਰ ਦੇ ਪੁੱਤਰ ਨੂੰ ਲੈ ਗਏ ਨੇ ਗੁਰੂ ਨਾਨਕ ਸਾਹਿਬ, ਹੁਣ ਉੱਥੇ ਕਾਲ ਦਾ ਕੰਮ ਨਹੀਂ ਹੈ। ਉੱਥੇ ਨਾ ਭੂਤ ਕਾਲ ਹੈ, ਨਾ ਵਰਤਮਾਨ ਕਾਲ ਹੈ ਤੇ ਨਾ ਹੀ ਭਵਿੱਖ ਕਾਲ ਹੈ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਐਸੇ ਮੰਡਲ ਵਿੱਚ ਲੈ ਗਏ। ਕਹਿੰਦੇ ਜਾ ਕੇ ਪੀਰ ਦਸਤਗੀਰ ਦੇ ਬੇਟੇ ਨੂੰ ਮਹਾਰਾਜ ਜੀ ਨੇ ਆਕਾਸ਼ ਵਿਖਾਏ ਹਨ। ਕਿਤਕ ਦਿਵਸ ਤੈਂ ਬੀਚ ਬਿਹਾਰੇ। ਆਕਾਸ਼ ਵਿਖਾਏ, ਕਈ ਦਿਨ ਆਕਾਸ਼ ਵਿੱਚ ਹੀ ਵਿਚਰਦੇ ਰਹੇ। ਬੌਰ ਔਰ ਨਭ ਮਾਏ ਪਦਾਰੇ। ਇੱਕ ਆਕਾਸ਼ ਵਿਖਾਇਆ, ਫਿਰ ਦੂਸਰਾ ਆਕਾਸ਼ ਵਿਖਾਇਆ। ਤੈਂ ਕੋ ਦੇਖ ਕਿਤਕ ਦਿਨ ਮਾਈ। ਉਸ ਆਕਾਸ਼ ਨੂੰ ਕੁਝ ਦਿਨਾਂ ਵਿੱਚ ਵੇਖਿਆ। ਆਨ ਆਕਾਸ਼ ਪਿਖਾ ਪੁਨ ਜਾਈ। ਫਿਰ ਉਹਦੇ ਤੋਂ ਅੱਗੇ ਤੀਸਰਾ ਆਕਾਸ਼ ਵਿਖਾਇਆ। ਇਸ ਬਿਦ ਸੋਂਬੋ ਬਰਖ ਬਿਤਾਏ। ਕਹਿੰਦੇ ਏਦਾਂ ਇੱਕ ਆਕਾਸ਼ ਤੋਂ ਦੂਜੇ, ਦੂਜੇ ਤੋਂ ਤੀਜੇ, ਤੀਜੇ ਤੋਂ ਚੌਥੇ
ਆਕਾਸ਼ ਵਿਖਾਉਂਦੇ ਚਲੇ ਜਾ ਰਹੇ ਨੇ ਗੁਰੂ ਨਾਨਕ ਸਾਹਿਬ। ਕਈ ਸਾਲ ਬੀਤ ਗਏ, ਇਉਂ ਪ੍ਰਤੀਤ ਹੁੰਦਾ ਦਸਤਗੀਰ ਦੇ ਪੁੱਤਰ ਨੂੰ। ਉਹਨੂੰ ਇਉਂ ਲੱਗਾ ਵੀ ਕਈ ਵਰੇ ਬੀਤ ਗਏ ਨੇ। ਇਹ ਆਕਾਸ਼ ਵੇਖਦਿਆਂ ਵੇਖਦਿਆਂ ਲੱਖ ਆਕਾਸ਼ ਤਾਈਂ ਦਿਖ ਰਾਏ। 1 ਲੱਖ ਆਕਾਸ਼ ਪੂਰਾ ਕਹਿੰਦੇ ਪੀਰ ਦਸਤਗੀਰ ਦੇ ਪੁੱਤਰ ਨੂੰ ਸਤਿਗੁਰਾਂ ਨੇ ਵਿਖਾਇਆ। ਬੋਰੋ ਗਏ ਪਤਾਲਨ ਮਾਈ। ਕਹਿਣ ਲੱਗਾ ਜੀ ਲੱਖ ਆਕਾਸ਼ ਵੇਖ ਲਿਆ, ਹੁਣ ਪਤਾਲ ਵਿਖਾਓ। ਮਹਾਰਾਜ ਜੀ ਨੇ ਇਹਦੀ ਬਾਹ ਫੜੀ ਤੇ ਪਤਾਲ ਵਿੱਚ ਲੈ ਕੇ ਗਏ। ਪ੍ਰਥਮੇ ਏਕ ਦਿਖਾਵਾ ਤਾਈ। ਪਹਿਲਾਂ ਇੱਕ ਪਤਾਲ ਵਿਖਾਇਆ। ਕਿਤਕ ਦਿਨ ਲੋ ਫਿਰ ਕਰ ਸਾਰੇ। ਇੱਕ ਪਤਾਲ ਵਿੱਚ ਕਈ ਦਿਨ ਫਿਰਦੇ ਰਹੇ। ਬੋਰੋ ਦੁਤੀਏ ਪਤਾਲ ਪਧਾਰੇ। ਫਿਰ ਦੂਸਰੇ ਪਤਾਲ ਵਿੱਚ ਸਤਿਗੁਰੂ ਜੀ ਗਏ। ਸੋਨੀ ਕੀ ਬਿਦ ਦੀਨ ਦਿਖਾਈ। ਦੂਜਾ ਪਤਾਲ ਵੀ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਪੀਰ ਦੇ ਪੁੱਤ ਨੂੰ ਵਿਖਾ ਦਿੱਤਾ। ਪੁਨ ਤੀਜੇ ਮੈਂ ਗੇ ਜਗ ਸਾਈ। ਫਿਰ ਤੀਜੇ ਪਤਾਲ ਵਿੱਚ ਜਗਤ ਸਾਈਂ ਪਹੁੰਚੇ ਹਨ। ਇਸ ਬਿਦ ਸੋਝੇ ਲੱਖ ਪਤਾਲਾ। ਤੀਜੇ ਤੋਂ ਚੌਥੇ, ਚੌਥੇ ਤੋਂ ਪੰਜਵੇਂ ਪਤਾਲ ਵਿੱਚ ਜਾਂਦਿਆਂ ਜਾਂਦਿਆਂ ਧਰਤੀ ਹੋਰ ਪਰੇ ਹੋਰ ਹੋਰ ਹੋਰ। ਇਹ ਤਾਂ ਪਰੇ ਤੋਂ ਪਰੇ ਦਾ ਕਿਹੜਾ ਉੜਕ ਆਉਂਦਾ ਹੈ। ਕਹਿੰਦੇ ਲੱਖ ਪਤਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਪੀਰ ਦਸਤਗੀਰ ਦੇ ਪੁੱਤਰ ਨੂੰ ਵਿਖਾ ਦਿੱਤਾ। ਸਰਬ ਦਿਖਾਏ ਤਾਈਂ ਕਿਰਪਾਲਾ। ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਕੁਝ ਵੀ ਕਰ ਸਕਦੇ ਨੇ। ਖਾਲਸਾ ਜੀ, ਜਿੰਨੀ ਬਿਜਲੀ ਦੀ ਸਪੀਡ ਹੈ ਨਾ, ਬਟਨ ਦਬਦਿਆਂ ਕਿਵੇਂ ਤਾਰ ਦੇ ਵਿੱਚੋਂ ਕਿਤਨੀ ਤੇਜ਼ੀ ਦੇ ਨਾਲ ਇਹ ਬਲਬ ਤੱਕ ਪਹੁੰਚਦੀ ਹੈ, ਇੰਨੀ ਸਪੀਡ ਦੇ ਨਾਲ ਇੱਕ ਗਲੈਕਸੀ ਵਿੱਚੋਂ ਦੂਸਰੀ ਗਲੈਕਸੀ ਤੱਕ ਜਾਣ ਲਈ ਜਿਹੜੇ ਯੰਤਰ ਹੁੰਦੇ ਇੰਨੀ ਸਪੀਡ ਨਾਲ ਚੱਲਣ ਤਾਂ ਕਈ ਵਰੇ ਲੱਗ ਜਾਂਦੇ ਨੇ ਇੱਕ ਗਲੈਕਸੀ ਨੂੰ ਬਤੀਤ ਕਰਕੇ ਦੂਜੀ ਗਲੈਕਸੀ ਵਿੱਚ ਜਾਂਦਿਆਂ, ਸਾਇੰਸਦਾਨ ਇਹ ਕਹਿੰਦੇ ਆ। ਪਰ ਜਿਹੜੀ ਸਾਡੀ ਸੁਰਤ ਹੈ ਨਾ, ਸਾਡੀ ਸੁਰਤ ਇਸ ਬਿਜਲੀ ਦੀ ਸਪੀਡ ਨਾਲੋਂ ਵੀ ਕਈ ਗੁਣਾ ਵੱਧ ਤੇਜ਼ ਹੈ। ਇੱਥੋਂ ਦਿੱਲੀ ਤੱਕ ਜੇ ਤਾਰ ਦੇ ਵਿੱਚ ਬਿਜਲੀ ਦਾ ਕਰੰਟ ਪਹੁੰਚਾਉਣਾ ਹੋਵੇ ਤੇ ਉੱਥੇ ਤੱਕ 200-250 ਮੀਲ ਜਾਂਦਿਆਂ ਉਹਨੂੰ ਟਾਈਮ ਲੱਗਣਾ। ਪਰ ਸਾਡੀ ਸੁਰਤ ਕਿਤਨੀ ਤੇਜ਼ ਹੈ ਕਿ ਇੱਕ ਅੱਖ ਦੇ ਫੋਰ ਵਿੱਚ ਇੱਥੇ ਬੈਠਿਆਂ ਸ੍ਰੀ ਬੰਗਲਾ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਬਾਰ 'ਚ ਪਹੁੰਚ ਸਕਦੀ ਹੈ। ਹੁਣ ਜਿਹੜੀ ਮਹਾਰਾਜ ਗੁਰੂ ਸਾਹਿਬ ਲੱਖਾਂ ਪਤਾਲ ਲੱਖਾਂ ਆਕਾਸ਼ ਵਿਖਾ ਰਹੇ ਨੇ ਨਾ, ਉਸ ਸੁਰਤ ਦੀ ਤੇਜ਼ੀ ਦੇ ਨਾਲ ਵਿਖਾ ਰਹੇ ਨੇ। ਉਹਦੇ ਨਾਲੋਂ ਕਿਤਨੀ ਤੇਜ਼ੀ ਕਿ ਲੱਖ ਪਤਾਲ ਤੇ ਲੱਖਾਂ ਆਕਾਸ਼ ਵਿਖਾਏ ਨੇ। ਦਸਤਗੀਰ ਦੇ ਪੁੱਤਰ ਨੂੰ ਇਉਂ ਪ੍ਰਤੀਤ ਹੋ ਰਿਹਾ ਵੀ ਕਈ ਸਾਲ ਬੀਤ ਗਏ ਨੇ। ਤੁਸੀਂ ਜਦੋਂ ਸਾਧਨਾ ਕਰਨ ਬੈਠਦੇ ਹੋ, ਸਿਮਰਨ ਕਰਨ ਲਈ ਬੈਠਦੇ ਹੋ, ਅੱਖਾਂ ਬੰਦ ਕਰ ਲੈਂਦੇ ਹੋ, ਧਿਆਨ ਆਪਣੇ ਦਸਮ ਦੁਆਰ ਦੇ ਵਿੱਚ ਆਗਿਆ ਚੱਕਰ ਵਿੱਚ ਧਾਰਦੇ ਹੋ, ਤੁਹਾਨੂੰ ਹਾਲੇ ਕੇਵਲ 10 ਜਾਂ 15 ਕੁ ਮਿੰਟ ਹੀ ਬੈਠਿਆਂ ਬੀਤਦੇ ਨੇ। ਉਹਨਾਂ 15 ਮਿੰਟਾਂ ਵਿੱਚ ਤੁਹਾਨੂੰ ਇਉਂ ਮਹਿਸੂਸ ਹੁੰਦਾ ਹੋਵੇਗਾ ਕਿ ਮਾਨੋ ਜਿਵੇਂ ਘੰਟਾ ਡੇਢ ਹੋ ਗਿਆ ਅਸੀਂ ਬੈਠੇ ਹੋਏ ਹਾਂ, ਇਉਂ ਪ੍ਰਤੀਤ ਹੁੰਦਾ। ਹਾਲਾਂਕਿ ਟਾਈਮ ਹਾਲੇ ਕੇਵਲ 15 ਕੁ ਮਿੰਟ ਲੰਘੇ ਹੁੰਦੇ, 10 ਕੁ ਮਿੰਟ ਹੀ ਲੰਘੇ ਹੁੰਦੇ ਆ, ਪਰ ਇਉਂ ਪ੍ਰਤੀਤ ਹੁੰਦਾ ਵੀ ਜਿਵੇਂ ਘੰਟਾ ਸਵਾ ਘੰਟਾ ਹੋ ਗਿਆ ਹੋਵੇਗਾ ਬੈਠਿਆਂ। ਅੱਖਾਂ ਖੋਲ ਕੇ ਘੜੀ ਵੱਲ ਤੱਕਦੇ ਹੋ ਤਾਂ ਵੇਖਦੇ ਹੋ ਹਾਲੇ ਤਾਂ 5-10 ਮਿੰਟ ਹੀ ਹੋਏ ਨੇ। ਹੁਣ ਪੀਰ ਦਸਤਗੀਰ ਦੇ ਪੁੱਤਰ ਨੂੰ ਇਉਂ ਪ੍ਰਤੀਤ ਹੋ ਰਿਹਾ ਵੀ ਖਬਰੇ ਕਿੰਨਾ ਕੁ ਸਮਾਂ ਤੇ ਕਿੰਨੇ ਕੁ ਸਾਲ ਲੰਘੀ ਜਾਂਦੇ ਨੇ ਨਾ ਪਤਾਲਾਂ ਤੇ ਆਕਾਸ਼ਾਂ ਨੂੰ ਵੇਖਦਿਆਂ ਹੋਇਆਂ। ਬਹੁਤ ਬਰਕ ਲਗ ਕਾਲ ਬਿਤਾਇਓ। ਕਈ ਸਾਲ ਤਾਂ ਪਤਾਲ ਹੀ ਵੇਖਦਾ ਰਿਹਾ। ਵਿਚਰਤ ਪੀਰ ਤਾਤੇ ਅਕੁਲਾਇਓ। ਹੁਣ ਫਿਰਦਿਆਂ ਫਿਰਦਿਆਂ ਪੀਰ ਦਸਤਗੀਰ ਦਾ ਪੁੱਤਰ ਵਿਆਕੁਲ ਹੋ ਗਿਆ, ਬੇਬਲ ਹੋ ਗਿਆ ਜਦੋਂ ਨੇ ਵੇਖਿਆ ਵੀ ਕਈ ਵਰੇ ਬੀਤ ਗਏ ਨੇ। ਹੱਥ ਬੰਦ ਕੈ ਗੁਰੂ ਅਗਾਰੀ। ਹੱਥ ਜੋੜ ਕੇ ਪੀਰ ਦਸਤਗੀਰ ਦਾ ਪੁੱਤਰ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ, ਹੋਏ ਅਧੀਨ ਬਹੁ ਬਿਨੇ ਉਚਾਰੀ। ਸਤਿਗੁਰਾਂ ਦੇ ਅਧੀਨ ਹੋ ਕੇ ਬੇਨਤੀ ਕਰਦਾ ਬੋਲਿਆ, ਅੰਤ ਨ ਆਵਤ ਗੈਨ ਪਤਾਲਾ। ਕਹਿਣ ਲੱਗਾ ਜੀ ਇਹਨਾਂ ਦਾ ਕਿਹੜਾ ਅੰਤ ਪਿਆ ਆਉਂਦਾ, ਇੱਕ ਪਤਾਲ ਤੋਂ ਬਾਅਦ ਦੂਜਾ ਤੀਜਾ। ਮਹਾਰਾਜ
ਇਹਨਾਂ ਦਾ ਅੰਤ ਤਾਂ ਨਹੀਂ ਆਉਂਦਾ। ਵਿਚਰਤ ਬੀਤ ਗਿਓ ਚਿਰ ਕਾਲਾ। ਇੱਥੇ ਵਿਚਰਦਿਆਂ ਕਈ ਵਰੇ ਬੀਤ ਗਏ ਨੇ। ਪਹਿਲਾਂ ਆਕਾਸ਼ ਵੇਖਦਿਆਂ, ਹੁਣ ਪਤਾਲ ਵੇਖਦਿਆਂ। ਚਲੋ ਆਪਨੇ ਅਬੇ ਅਸਥਾਨਾ। ਮਹਾਰਾਜ ਦੱਸਣਾ ਤੇ ਸੀ ਮੈਂ ਜਾ ਕੇ ਆਪਣੇ ਅੱਬਾ ਜਾਨ ਨੂੰ ਕਿ ਮੈਂ ਲੱਖ ਪਤਾਲ ਲੱਖ ਆਕਾਸ਼ ਵੇਖ ਆਇਆ, ਪਰ ਜਿੰਨੇ ਸਾਲ ਇੱਥੇ ਵੇਖਦਿਆਂ ਬੀਤ ਗਏ ਨੇ, ਵਾਪਸ ਜਾਵਾਂਗਾ ਖਬਰੇ ਅੱਬਾ ਜਾਨ ਹੈ ਕਿ ਅੱਗੇ ਚਾਲਾ ਪਾ ਗਿਆ ਹੋਵੇ ਤੇ ਦੱਸਣਾ ਕਿਹਨੂੰ ਹੈ ਜਾ ਕੇ। ਮਹਾਰਾਜ ਵਰੇ ਤਾਂ ਇੱਥੇ ਹੀ ਕਈ ਬੀਤ ਗਏ ਐ। ਮਹਾਰਾਜ ਜੀ ਚਲੋ ਕਿਰਪਾ ਕਰੋ, ਹੁਣ ਵਾਪਸ ਚੱਲੀਏ। ਤੁਮ ਖੁਦਾਏ ਹੋ ਲਖੋ ਨਿਆਨਾ। ਮਹਾਰਾਜ ਮੈਂ ਜਾਣ ਲਿਆ ਹੈ ਤੁਸੀਂ ਖੁਦਾ ਹੋ, ਤੁਹਾਡੇ ਤੋਂ ਬਿਨਾਂ ਮੈਂ ਕਿਸੇ ਦੂਸਰੇ ਵੱਖਰੇ ਖੁਦਾ ਨੂੰ ਨਹੀਂ ਜਾਣਦਾ। ਸੁਣ ਕੇ ਸ੍ਰੀ ਗੁਰ ਗਿਰਾ ਉਚਾਰੀ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਜੇ ਕਿਛ ਚਾਹੋਵੇ ਹਿਰਦੇ ਮਜਾਰੀ। ਮਹਾਰਾਜ ਜੀ ਕਹਿੰਦੇ ਆ ਬੇਟਾ, ਜੇ ਹਾਲੇ ਵੀ ਤੇਰੇ ਮਨ 'ਚ ਕੋਈ ਚਾਹਨਾ ਜਾਂ ਇੱਛਾ ਹੈ, ਦੇਖੋ ਔਰ ਆਕਾਸ਼ ਪਤਾਲਾ। ਜੇ ਹਾਲੇ ਹੋਰ ਆਕਾਸ਼ ਵੇਖਣੇ ਐ, ਹੋਰ ਪਤਾਲ ਵੇਖਣੇ ਹਨ, ਅੰਤ ਨਹੀਂ ਕਛ ਰਹੇ ਵਿਸ਼ਾਲਾ। ਹੋਰ ਵਿਖਾ ਦਿੰਨੇ ਆ, ਫਿਰ ਨਾ ਆਖੀ ਵੀ ਚਾਹਨਾ ਰਹਿ ਗਈ ਹੈ। ਜੇ ਹੋਰ ਵੇਖਣੇ ਤੇ ਹੋਰ ਵਿਖਾ ਦਿੰਨੇ ਆ, ਪਰ ਇਹਨਾਂ ਦਾ ਅੰਤ ਨਹੀਂ ਪੈਣਾ, ਇਹ ਪਰੇ ਤੋਂ ਪਰੇ ਹਨ। ਜੇਕਰ ਅਕੁਲਾਵਾ ਚਿਤ ਤੋਰਾ। ਤੇ ਜੇ ਤੇਰਾ ਚਿੱਤ ਵਿਆਕੁਲ ਤੇ ਬੇਬਲ ਹੋ ਗਿਆ, ਚਲਿਓ ਚੈਤੇ ਆਪਣੋ ਠੋਰਾ। ਤੂੰ ਵਾਪਸ ਆਪਣੇ ਟਿਕਾਣੇ ਤੇ ਆਪਣੀ ਜਗ੍ਹਾ ਤੇ ਜਾਣਾ ਚਾਹੁੰਦਾ ਹੈ, ਤਬ ਪਿਤ ਨਿਸ਼ਾ ਆਵੇਂ ਜੈਸੇ। ਤੇ ਤੂੰ ਜਾ ਕੇ ਆਪਣੇ ਅੱਬਾ ਨੂੰ ਮਿਲਣਾ, ਉਹਦੀ ਜਿਵੇਂ ਮਨ ਦੀ ਤਸੱਲੀ ਹੋ ਜਾਵੇ। ਜੈਸੇ ਕਾਰਜ ਕਰੋ ਅਬ ਤੈਸੇ। ਹੁਣ ਤੈਨੂੰ ਉਹ ਇੱਕ ਕੰਮ ਕਰ ਲੈਣਾ ਚਾਹੀਦਾ ਵੀ ਤੇਰੇ ਪਿਓ ਦੀ ਤਸੱਲੀ ਹੋ ਜਾਵੇ, ਪੀਰ ਦਸਤਗੀਰ ਦੀ। ਸੰਗਤ ਮੇ ਪੰਚਾਮ੍ਰਿਤ ਹੋਈ। ਕਹਿਣ ਲੱਗੇ ਪਾਤਸ਼ਾਹ ਕਿ ਹੁਣ ਇੱਥੇ ਸੰਗਤ ਹੋ ਰਹੀ ਹੈ, ਹਰੀ ਕੀਰਤਨ ਹੋ ਰਿਹਾ ਤੇ ਸੰਗਤ ਵਿੱਚ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋ ਰਹੀ ਹੈ। ਤੈਂ ਤੇ ਲੈ ਕਰ ਚਲੀਏ ਸੋਈ। ਇੱਕ ਕੜਾਈ ਕੜਾਹ ਪ੍ਰਸ਼ਾਦ ਦੀ ਭਰ ਕੇ ਲੈ ਲੈ ਆਪਣੇ ਪਿਤਾ ਨੂੰ ਦੇਣ ਵਾਸਤੇ, ਵੀ ਉਹਨੂੰ ਤਸੱਲੀ ਹੋ ਜਾਏ ਕਿ ਹਾਂ ਤੂੰ ਵਾਕਈ ਲੱਖ ਪਤਾਲ ਤੇ ਲੱਖ ਆਕਾਸ਼ ਵੇਖ ਕੇ ਚੱਲਿਆ। ਖਾਲਸਾ ਜੀ ਮਹਾਂਪੁਰਸ਼ ਦੱਸਦੇ ਵੀ ਪਹਿਲੀ ਵਾਰ ਕੜਾਹ ਪ੍ਰਸ਼ਾਦ ਦੀ ਦੇਗ ਗੁਰੂ ਨਾਨਕ ਸਾਹਿਬ ਨੇ ਇਉਂ ਪ੍ਰਗਟ ਕੀਤੀ। ਸਾਲੋਂ ਲਈ ਕੜਾਹੀ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ। ਮਹਾਰਾਜ ਜੀ ਕਹਿੰਦੇ ਆ ਵੀ ਆਪਣੇ ਪਿਤਾ ਦੀ ਤਸੱਲੀ ਕਰਾਉਣ ਲਈ, ਉਹਦੀ ਨਿਸ਼ਾ ਕਰਾਉਣ ਲਈ ਇੱਥੋਂ ਪਤਾਲ ਦੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਕੜਾਹੀ ਭਰ ਕੇ ਲੈ ਲੈ। ਅਸ ਕਹਿ ਗਏ ਜਹਾਂ ਸਤ ਸੰਗਤ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਪਤਾਲ 'ਚ ਉੱਥੇ ਗਏ ਜਿੱਥੇ ਸੰਗਤ ਹੋ ਰਹੀ ਹੈ, ਕਥਾ ਹੋ ਰਹੀ ਸੀ, ਕੀਰਤਨ ਹੋ ਰਿਹਾ ਸੀ, ਨਿਸ਼ਾਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਝੂਲ ਰਹੇ ਹਨ। ਬੈਠੀ ਸੰਤਨ ਕੀ ਸ਼ੁਭ ਪੰਗਤ। ਬੜੇ ਬੜੇ ਸੰਤ ਪੁਰਸ਼, ਮਹਾਤਮਾ ਪੁਰਸ਼ਾਂ ਦੀ ਪੰਗਤ ਉੱਥੇ ਬੈਠੀ ਹੈ। ਸ਼੍ਰੀ ਗੁਰ ਕੋ ਅਵਲੋਕਾ ਜਬਈ। ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਵੀ ਸਤਿਗੁਰੂ ਜੀ ਆਏ ਹਨ, ਔਰ ਪਰ ਹਰਖ ਉਠੇ ਸਭ ਤਬਈ। ਉਹਨਾਂ ਦੇ ਹਿਰਦੇ ਖੇੜੇ ਨਾਲ ਭਰ ਗਏ, ਖੁਸ਼ੀ ਤੇ ਵਿਗਾਸ ਨਾਲ ਉਹਨਾਂ ਦੇ ਹਿਰਦੇ ਭਰ ਗਏ। ਪਦ ਪੰਕਜ ਪਰ ਬੰਦਨ। ਚਰਨਾਂ ਕਮਲਾਂ ਤੇ ਉਹਨਾਂ ਸਾਰਿਆਂ ਸੰਤ ਜਨਾਂ ਨੇ ਮੱਥਾ ਟੇਕਿਆ, ਵੰਦਨਾ ਕੀਤੀ। ਬੈਠਾ ਰੇ ਪੁਨ ਸਭਾ ਮਜਾਰੀ। ਸਭਾ ਵਿੱਚ ਜਿਹੜਾ ਉੱਚਾ ਸਥਾਨ ਸੀ, ਉਸ ਅਸਥਾਨ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਨੇ ਬਿਠਾਇਆ। ਦੀਪ ਬਾਰ ਆਰਤੀ ਉਤਾਰੀ। ਥਾਲ ਤਿਆਰ ਕਰਕੇ ਆਰਤੀ ਦਾ ਸਤਿਗੁਰਾਂ ਦੇ ਸਨਮੁਖ ਆਰਤੀ ਉਤਾਰਦੇ ਹਨ। ਪੂਜਨ ਕੀਨ ਪ੍ਰਸ਼ੰਸ ਉਚਾਰੀ। ਫੁੱਲਾਂ ਦੀ ਵਰਖਾ ਕਰਦੇ, ਨਾਲੇ ਆਪਣੇ ਮੁਖੋਂ ਸਤਿਗੁਰਾਂ ਦੀ ਪ੍ਰਸ਼ੰਸਾ ਕਰਦੇ ਹਨ। ਕਰ ਪੰਚਾਮ੍ਰਿਤ ਕੋ ਭਲ ਰੀਤੀ। ਭਲੀ ਪ੍ਰਕਾਰ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਉੱਥੇ ਤਿਆਰ ਕੀਤੀ ਹੋਈ ਸੀ। ਇਹ ਅਰਦਾਸ ਖਰੇ ਯੁੱਤ ਪ੍ਰੀਤੀ। ਅਰਦਾਸ ਕੀਤੀ, ਕੜਾਹ ਪ੍ਰਸ਼ਾਦ ਦੀ ਦੇਗ ਦਾ ਅਰਦਾਸਾ ਕੀਤਾ। ਬੋਰੋ ਬਾਟ ਦੀਨ ਸਭ ਤਾਈ। ਫਿਰ ਉਹ ਕੜਾਹ ਪ੍ਰਸ਼ਾਦ ਦੀ ਦੇਗ ਸਾਰਿਆਂ ਵਿੱਚ ਵਰਤਾ ਦਿੱਤੀ, ਵੰਡ ਦਿੱਤੀ। ਲੀਨ ਪੀਰ
ਪੀਰ ਸੁਤ ਹਰਖ ਵਡਾਈ। ਤੇ ਜਿਹੜਾ ਉਹ ਪੀਰ ਦਾ ਪੁੱਤਰ ਸੀ ਉਹਨੂੰ ਵੀ ਵਰਤਾਰਾ ਮਿਲਿਆ, ਉਹਨੂੰ ਖੁੱਲਾ ਗੱਫਾ ਕੜਾ ਪ੍ਰਸ਼ਾਦ ਦੀ ਦੇਗ ਦਾ ਦਿੱਤਾ। ਇਸ ਬਿਦ ਬਹੁ ਸੰਗਤ ਕੇ ਮਾਈ। ਏਦਾਂ ਬਹੁਤ ਸਾਰੀ ਸੰਗਤ ਸੀ, ਗੁਰਸਿੱਖ ਸਨ। ਫਿਰੇ ਪ੍ਰਭੂ ਦਿਖਰਾਈ ਤਾਈ। ਮਹਾਰਾਜ ਜੀ ਨੇ ਦਸਤਗੀਰ ਦੇ ਪੁੱਤਰ ਨੂੰ ਨਾਲ ਲੈ ਕੇ ਸਾਰੀ ਸੰਗਤ ਦੇ ਦਰਸ਼ਨ ਕਰਾਏ। ਜਬ ਕਚਕੋਲ ਪੂਰ ਤੈ ਲੀਨਾ। ਕਹਿੰਦੇ ਇੱਕ ਕਚਕੋਲ ਭਰ ਲਿਆ, ਇੱਕ ਕਚਕੋਲ ਭਰ ਕੇ ਨਾਲ ਲੈ ਲਿਆ। ਸ੍ਰੀ ਗੁਰ ਬੌਰ ਪਿਆਨੋ ਕੀਨਾ। ਔਰ ਸਤਿਗੁਰੂ ਜੀ ਉੱਥੋਂ ਵਾਪਸ ਬਗਦਾਦ ਨੂੰ ਚੱਲ ਪਏ। ਤਬ ਬਗਦਾਦ ਦੇਸ਼ ਮੇ ਆਏ। ਅੱਖਾਂ ਖੋਲੀਆਂ ਤੇ ਪੀਰ ਦਸਤਗੀਰ ਦੇ ਪੁੱਤਰ ਨੇ ਕੀ ਵੇਖਿਆ ਵੀ ਉਹ ਬਗਦਾਦ ਵਿੱਚ ਬੈਠਾ ਹੈ। ਉਤੋਂ ਪੀਰ ਬੈਠੇ ਹੋ ਜੈ ਥਾਈ। ਜਿੱਥੇ ਇਹਦਾ ਅੱਬਾ, ਇਹਦਾ ਪੀਰ ਯਾਨੀ ਕਿ ਦਸਤਗੀਰ ਬੈਠਾ ਹੋਇਆ ਸੀ। ਪੂਜਨ ਕੀਨ ਪੀਰ ਸੁਤ ਤਾਈ। ਇਹ ਆਇਆ, ਉਹਨੂੰ ਵੇਖਿਆ, ਕਹਿੰਦਾ ਅੱਬਾ ਜਾਨ ਤੂੰ ਤਾਂ ਹਲੇ ਉਦਾਂ ਦਾ ਹੀ ਉਦਾਂ ਪਿਆ, ਇੰਨੇ ਸਾਲ ਲੰਘ ਗਏ, ਤੇਰਾ ਤਾਂ ਕੋਈ ਰੂਪ ਰੰਗ ਚਿਹਨ ਵਰਨ ਕੋਈ ਬਦਲਿਆ ਹੀ ਨਹੀਂ। ਖੁਦਾ ਦਾ ਸ਼ੁਕਰ ਹੈ, ਮੈਂ ਤਾਂ ਕੁਝ ਹੋਰ ਹੀ ਅੰਦਾਜ਼ੇ ਲਾਈ ਬੈਠਾ ਸਾਂ ਵੀ ਅੱਬਾ ਜਾਨ ਤਾਂ ਚੱਲ ਬਸੇ ਹੋਣੇ ਆ, ਵੀ ਮੈਨੂੰ ਤਾਂ ਆਉਂਦੇ ਹੀ ਬੜੇ ਸਾਲ ਲੱਗ ਗਏ ਆ। ਪੀਰ ਜੀ ਨੂੰ ਕਹਿੰਦਾ ਉਹਦਾ ਬੇਟਾ, ਮਹਾਰਾਜ ਖੁਸ਼ੀ ਹੋਈ ਇਹਨੂੰ ਵੇਖ ਕੇ। ਲੱਖ ਪਤਾਲ ਨਭ ਦੇਖੇ ਜਾਈ। ਅੱਗੋਂ ਪੁੱਛਦਾ, ਕਹਿੰਦਾ ਪੁੱਤਰਾ ਜਿਹੜਾ ਕੰਮ ਗਿਆ ਸੀ ਦੱਸ ਵੀ ਕਰ ਆਇਆ? ਲੱਖ ਪਤਾਲ ਤੇ ਲੱਖ ਆਕਾਸ਼ ਵੇਖੇ ਨੇ ਜਾਂ ਨਹੀਂ? ਕਹਿ ਫਕੀਰ ਨੇ ਝੂਠੇ ਅਲਾਏ। ਇਹ ਆ ਜਿਹੜਾ ਪੀਰ ਆ ਨਾਨਕ, ਇਹਨੇ ਝੂਠ ਤਾਂ ਨਹੀਂ ਸੀ ਬੋਲਿਆ, ਇਹਨੇ ਝੂਠ ਤਾਂ ਨਹੀਂ ਸੀ ਆਖਿਆ। ਤੂੰ ਵੇਖੇ ਨੇ ਕਿ ਨਹੀਂ ਲੱਖ ਪਤਾਲ ਤੇ ਲੱਖ ਆਕਾਸ਼? ਹਟ ਕੇ ਤੂਰਨ ਤੁਮ ਚੱਲ ਆਏ। ਕਹਿੰਦਾ ਬੜੀ ਛੇਤੀ ਪਰਤਿਆ, ਇੰਨੀ ਛੇਤੀ ਤੂੰ ਆ ਵੀ ਗਿਆ? ਲੱਖ ਪਤਾਲ ਤੇ ਲੱਖ ਆਕਾਸ਼ ਵੇਖਣ ਤੇ ਟਾਈਮ ਲੱਗਦਾ, ਤੂੰ ਤਾਂ ਬੜੀ ਛੇਤੀ ਮੁੜ ਆਇਆ। ਬਿਸਮਿਓ ਦਸਤਗੀਰ ਸੁਤ ਸੁਨ ਕੇ। ਇਹ ਸੁਣ ਕੇ ਦਸਤਗੀਰ ਦਾ ਪੁੱਤਰ ਬੜਾ ਹੈਰਾਨ ਹੋਇਆ। ਅਤਸ਼ੈ ਅਚਰਜ ਕੋ ਮਨ ਗੁਣ ਕੈ। ਬੜਾ ਅਚਰਜ ਜਿਹਾ ਹੋਇਆ, ਆਪਣੇ ਮਨ ਚ ਸੋਚਦਾ। ਕਹਿਣ ਲੱਗਿਓ ਹੇ ਪਿਤਾ ਸੁਨੀਜੈ। ਕਹਿਣ ਲੱਗਾ, ਹੇ ਪਿਤਾ ਜੀ ਸੁਣੋ ਧਿਆਨ ਨਾਲ। ਇਹ ਦਰਵੇਸ਼ ਖੁਦਾਏ ਲਖੀਜੈ। ਪਹਿਲੀ ਗੱਲ ਤਾਂ ਇਹ ਸੁਣ ਕੇ ਪੱਲੇ ਬੰਨ ਲਓ, ਜਿਨ੍ਹਾਂ ਨੂੰ ਤੂੰ ਕੱਲਾ ਫਕੀਰ ਕਹਿਣਾ, ਦਰਅਸਲ ਇਹ ਆਪ ਖੁਦਾ ਹਨ। ਸਤਿ ਸ੍ਰੀ ਅਕਾਲ। ਇਹ ਦਰਵੇਸ਼ ਖੁਦਾ ਹਨ, ਇਹ ਜਾਣ ਲੈ। ਤੁਮ ਤੋ ਕਹਿਓ ਕਿ ਤੂਰਨ ਆਏ। ਅੱਬਾ ਜਾਨ ਤੂੰ ਕਹਿਣਾ ਹੈ ਵੀ ਮੈਂ ਛੇਤੀ ਮੁੜ ਕੇ ਆ ਗਿਆ, ਕਿਤੇ ਸੈਸਿਆਮ ਬਰਖ ਬਿਤਾਏ। ਪਰ ਮੈਨੂੰ ਤਾਂ ਇਉਂ ਲੱਗਾ ਵੀ ਖਬਰੇ ਕਿੰਨੇ ਵਰੇ ਉੱਥੇ ਅਣਗਿਣਤ ਵਰੇ ਮੈਨੂੰ ਬੀਤ ਗਏ ਵੇਖਦਿਆਂ ਵੇਖਦਿਆਂ। ਲੱਖ ਪਤਾਲ ਆਕਾਸ਼ ਦਿਖਾਏ। ਲੱਖਾਂ ਪਤਾਲ ਤੇ ਲੱਖ ਆਕਾਸ਼ ਮੈਨੂੰ ਇਹਨਾਂ ਨੇ ਵਿਖਾਏ ਹਨ। ਬੋਰੋ ਓਰਕ ਹੱਥ ਨ ਆਏ। ਇਹ ਤਾਂ ਅੱਗੇ ਹੋਰ ਲੈ ਕੇ ਜਾਂਦੇ ਸੀ, ਕਹਿੰਦੇ ਹੋਰ ਵੇਖ ਲੈ, ਜੇ ਵੇਖਣੇ ਅੰਤ ਕੋਈ ਨਹੀਂ ਜੇ। ਪਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਜਿਹਨੂੰ ਜਾ ਕੇ ਦੱਸਣਾ ਕਿਤੇ ਉਹ ਹੀ ਨਾ ਟੁਰ ਗਿਆ ਹੋਵੇ। ਮੈਂ ਤਾਂ ਤੇਰੇ ਕਰਕੇ ਛੇਤੀ ਮੁੜਿਆ ਤੇ ਤੂੰ ਕਹਿਣਾ ਵੀ ਬੜੀ ਛੇਤੀ ਆ ਗਿਆ। ਮੈਨੂੰ ਤਾਂ ਉੱਥੇ ਬੜੇ ਵਰੇ ਬੀਤ ਗਏ ਨੇ। ਗਇਓ ਹਾਰ ਅਵਲੋਕਿਓ ਜਬਈ। ਮੈਂ ਹਾਰ ਗਿਆ ਸਾਂ ਵੇਖਦਿਆਂ ਵੇਖਦਿਆਂ, ਥੱਕ ਗਿਆ ਸਾਂ, ਵਿਆਕੁਲ ਹੋ ਗਿਆ ਸਾਂ। ਕਹਿ ਕਰ ਮੈਂ ਹਟਿਆ ਵਾ ਤਬਈ। ਮੈਂ ਤਾਂ ਇਹਨਾਂ ਨੂੰ ਬੇਨਤੀ ਕਰਕੇ ਮੋੜ ਕੇ ਲਿਆਇਆ, ਇਹ ਤਾਂ ਹੋਰ ਅੱਗੇ ਲੈ ਕੇ ਜਾਂਦੇ ਸਨ। ਜੈ ਕੈ ਸੰਗਤ ਇਨਕੀ ਦੇਖੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਪਿਤਾ ਜੀ ਲੱਖ ਪਤਾਲ ਤਾਂ ਲੱਖ ਆਕਾਸ਼ ਤਾਂ ਮੈਂ ਵੇਖੇ ਹੀ ਨੇ, ਪਰ ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਪਤਾਲ 'ਚ ਜਿਹੜੇ ਜਿਹੜੇ ਆਕਾਸ਼ ਵਿੱਚ ਮੈਨੂੰ ਲੈ ਕੇ ਗਏ ਨੇ ਨਾ, ਉੱਥੇ ਉੱਥੇ ਹੀ ਇਹਨਾਂ ਦੀ ਉਮਤ ਸੀ, ਇਹਨਾਂ ਦੇ ਸਿੱਖ ਸੀ, ਇਹਨਾਂ ਦੀ ਸੰਗਤ ਸੀ। ਸਤਿ ਸ੍ਰੀ ਅਕਾਲ। ਕਹਿੰਦੇ ਆ ਨਾ ਕਈ ਵੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਗਿਣਤੀ ਥੋੜੀ ਹੈ, ਇਸ ਧਰਤੀ ਤੇ ਜਾਪਦੀ ਹੈ ਥੋੜੀ, ਪਰ ਇਹੋ ਜੀਆਂ ਕਿਤਨੀਆਂ ਧਰਤੀਆਂ ਨੇ ਗੁਰੂ ਨਾਨਕ ਦੀ ਸਿੱਖੀ ਬੇਅੰਤ ਹੈ, ਬੇਅੰਤ ਹੈ। ਕਹਿੰਦਾ ਮੈਂ ਜਿੱਥੇ ਵੇਖਦਾ ਸੀ ਜਾ ਕੇ, ਉੱਥੇ ਇਹਨਾਂ ਦੀ ਸੰਗਤ ਸੀ, ਉੱਥੇ ਹੀ ਇਹਨਾਂ ਦੀ ਉਮਤ ਸੀ। ਜਹ ਕਹਿ ਸੰਗਤ ਇਨ ਕੀ ਦੇਖੀ। ਜਿੱਥੇ ਕਿੱਥੇ
ਮੈਂ ਇਹਨਾਂ ਦੀ ਸੰਗਤ ਵੇਖੀ ਹੈ। ਪਦ ਪੂਜੇ ਕਰ ਪ੍ਰੀਤ ਵਿਸ਼ੇਖੀ। ਇਹ ਜਿੱਥੇ ਜਾਂਦੇ ਸੀ ਇਹਨਾਂ ਦੀ ਸੰਗਤ ਇਹਨਾਂ ਦੇ ਚਰਨ ਪੂਜਦੀ ਸੀ, ਇਹਨਾਂ ਦੇ ਚਰਨਾਂ ਵਿੱਚ ਆ ਕੇ ਨਮਸਕਾਰਾਂ ਕਰਦੀ ਸੀ। ਦਸਤਗੀਰ ਸੁਨ ਅਦਭੁਤ ਬਾਣੀ। ਜਦੋਂ ਪੀਰ ਦਸਤਗੀਰ ਨੇ ਇਹ ਅਦਭੁਤ ਬਾਣੀ ਸੁਣੀ, ਬਿਸਮਰਿਓ ਕਛ ਜਾਤ ਨ ਜਾਨੀ। ਉਹ ਹੈਰਾਨ ਹੋ ਗਿਆ, ਉਹਨੂੰ ਸਮਝ ਨਾ ਆਵੇ ਵੀ ਇਹ ਗੱਲ ਹੋ ਕੀ ਰਹੀ ਹੈ। ਇਹ ਕਹਿੰਦਾ ਕਈ ਵਰੇ ਬੀਤ ਗਏ ਨੇ। ਉਹ ਸੁਣ ਸੁਣ ਕੇ ਦਸਤਗੀਰ ਹੈਰਾਨ ਹੋ ਰਿਹਾ ਹੈ। ਏਠਾਂ ਘਟਿਕਾ ਬੀਤੀ ਦੋ। ਕਹਿੰਦਾ ਇੱਥੇ ਤਾਂ ਹਾਲੇ 2 ਘੜੀਆਂ ਹੀ ਬੀਤੀਆਂ ਨੇ, 24 ਮਿੰਟਾਂ ਦੀ ਇੱਕ ਘੜੀ ਹੁੰਦੀ। ਕਹਿੰਦਾ ਇੱਥੇ ਤਾਂ ਹਾਲੇ 2 ਘੜੀਆਂ ਹੀ ਬੀਤੀਆਂ ਹਨ। ਬੈਠੇ ਰਹੇ ਉੱਠੇ ਨੈ ਕੋ। ਅਸੀਂ ਤਾਂ ਹਾਲੇ ਬੈਠੇ ਹੀ ਸੀ, ਹਾਲੇ ਤਾਂ ਉੱਠ ਕੇ ਵੀ ਨਹੀਂ ਗਏ। ਜਦੋਂ ਇਹ ਸਾਡੇ ਕੋਲੋਂ ਗਏ ਨੇ ਅਸੀਂ ਉਦੋਂ ਦੇ ਇੱਥੇ ਹੀ ਬੈਠੇ ਆ। 2 ਘੜੀਆਂ ਹੀ ਹਾਲੇ ਇੱਥੇ ਬੀਤੀਆਂ ਹਨ। ਬਰਖ ਅਗਨ ਏ ਕੈਤ ਬਿਤਾਏ। ਪਰ ਮੇਰਾ ਬੇਟਾ ਕਹਿੰਦਾ ਵੀ ਮੈਂ ਅਣਗਿਣਤ ਸਾਲ ਬਤੀਤ ਕਰਕੇ ਆ ਗਿਆ। ਹੈਰਾਨੀ ਹੈ, ਇੱਥੇ 2 ਘੜੀਆਂ ਬੀਤੀਆਂ ਨੇ, ਇਹ ਅਣਗਿਣਤ ਸਾਲ ਖਬਰੇ ਕਿਵੇਂ ਬਤੀਤ ਕਰਕੇ ਆ ਗਿਆ। ਲੱਖ ਪਤਾਲ ਆਕਾਸ਼ ਦਿਖਾਏ। ਲੱਖ ਪਤਾਲ ਤੇ ਲੱਖ ਆਕਾਸ਼ ਵੇਖਣੇ ਕੋਈ ਸੌਖੀ ਗੱਲ ਨਹੀਂ। ਉਹਨਾਂ ਨੂੰ ਵੇਖਦਿਆਂ ਵਾਕਈ ਸਮਾਂ ਤਾਂ ਲੱਗਾ ਹੋਵੇਗਾ, ਪਰ ਇੱਥੇ ਤਾਂ 2 ਘੜੀਆਂ ਹੀ ਬੀਤੀਆਂ ਹਨ। ਸਭ ਬਿਦ ਲਖ ਕਹਿ ਬਾਤ ਅਸੰਭਾ। ਉਹ ਸਰਬ ਪ੍ਰਕਾਰ ਨਾਲ ਇਸ ਅਚੰਭੀ ਗੱਲ ਨੂੰ ਜਾਣ ਕੇ ਹੈਰਾਨ ਹੋ ਰਿਹਾ ਹੈ। ਮਾਨ ਰਿਓ ਮਨ ਪੀਰ ਅਚੰਭਾ। ਪੀਰ ਦਸਤਗੀਰ ਦਾ ਮਨ ਅਚੰਭਤ ਹੋ ਰਿਹਾ ਹੈ। ਹਿਰਦੈ ਵਿਚਾਰ ਕੀਨ ਚਿਰ ਤਾਈ। ਹਿਰਦੇ ਵਿੱਚ ਲੰਮੇ ਸਮੇਂ ਤੱਕ ਇਹ ਸੋਚਦਾ ਹੈ, ਵਿਚਾਰ ਕਰਦਾ ਹੈ। ਸਭ ਪੀਰਨ ਮੈਂ ਮੋਰ ਵਡਾਈ। ਕਹਿੰਦਾ ਸਾਰੇ ਪੀਰਾਂ ਦੇ ਵਿੱਚ ਮੇਰੀ ਵੱਡੀ ਵਡਿਆਈ ਸੀ। ਅਜ਼ਮਤ ਮਾਈ ਮੋਏ ਸਮਾਨਾ। ਪਰ ਮੈਂ ਸੋਚਦਾ ਸੀ ਵੀ ਸ਼ਾਇਦ ਇਹ ਕਰਾਮਾਤ ਵਿੱਚ ਮੇਰੇ ਹੀ ਸਮਾਨ ਹੋਣਗੇ। ਜਗਤ ਵਿਖੇ ਕੋ ਪਿਖੋ ਨ ਆਨਾ। ਪਰ ਮੈਂ ਤਾਂ ਇਹ ਸੋਚਦਾ ਸੀ ਵੀ ਮੇਰੇ ਬਰਾਬਰ ਕੋਈ ਅਜਮਤੀ ਹੋਣਾ ਹੀ ਨਹੀਂ ਸੰਸਾਰ 'ਚ, ਮੇਰੇ ਵਰਗਾ ਕਰਾਮਾਤੀ ਕੋਈ ਨਹੀਂ ਹੋਣਾ। ਸਭਈ ਆਨ ਮਾਨੇ ਐ ਮੋਰੀ। ਵੱਡੇ ਵੱਡੇ ਪੀਰ ਮੇਰੀ ਆਨ ਮੰਨਦੇ ਹਨ, ਵੱਡੇ ਵੱਡੇ ਪੀਰ ਮੇਰਾ ਪਾਣੀ ਭਰਦੇ ਹਨ। ਦੇਸ਼ ਨਿਵਾਏ ਪੱਗ ਕਰ ਜੋਰੀ। ਔਰ ਵੱਡੇ ਵੱਡੇ ਦੇਸ਼ਾਂ ਦੇ ਲੋਕ ਮੈਨੂੰ ਆ ਕੇ ਪੂਜਦੇ ਨੇ, ਮੇਰੇ ਪੈਰਾਂ ਤੇ ਮੱਥਾ ਟੇਕਦੇ ਨੇ। ਮਮ ਅਜ਼ਮਤ ਲੇਸ਼ ਨਾ ਇਸੇ ਆਗੇ। ਮੈਂ ਏਡਾ ਵੱਡਾ ਕਰਾਮਾਤੀ ਹਾਂ, ਪਰ ਮੇਰੀ ਕਰਾਮਾਤ ਇਹਨਾਂ ਦੀ ਅਜ਼ਮਤ ਦੇ ਸਾਹਮਣੇ ਕਿਣਕਾ ਭਰ ਵੀ ਨਹੀਂ ਹੈ। ਮੇਰੀ ਅਜ਼ਮਤ ਇਹਨਾਂ ਦੀ ਅਜ਼ਮਤ ਦੇ ਸਾਹਮਣੇ ਲੇਸ਼ ਮਾਤਰ ਵੀ ਨਹੀਂ ਹੈ। ਮੇਰੂ ਨਿਕਟ ਜਿਉ ਰੰਚਕ ਲਾਗੇ। ਜਿਵੇਂ ਸੁਮੇਰ ਪਰਬਤ ਦੇ ਸਾਹਮਣੇ ਰੇਤ ਦਾ ਇੱਕ ਕਿਣਕਾ ਕਿੰਨੀ ਕੁ ਆਉਂਦਾ ਉਹਦੀ। ਇੱਕ ਪਾਸੇ ਵੱਡਾ ਸੁਮੇਰ ਪਰਬਤ ਪਹਾੜ, ਇੱਕ ਪਾਸੇ ਰੇਤ ਦਾ ਛੋਟਾ ਜਿਹਾ ਕਿਣਕਾ। ਕਹਿੰਦਾ ਉਹ ਦਸ਼ਾ ਮੇਰੀ ਆ ਇਹਨਾਂ ਦੇ ਸਾਹਮਣੇ। ਏ ਤੋ ਮਾਨੁਖ ਤਨ ਨੈ ਹੋਈ। ਆਹੇ ਖੁਦਾਏ ਤਰਿਓ ਤਨ ਸੋਈ। ਪੀਰ ਦਸਤਗੀਰ ਕਹਿੰਦਾ ਇਹ ਕੋਈ ਸਧਾਰਨ ਮਨੁੱਖ ਨਹੀਂ ਹਨ, ਇਹ ਮਨੁੱਖ ਹੋ ਹੀ ਨਹੀਂ ਸਕਦੇ। ਇਹ ਮਨੁੱਖ ਦੇ ਸਰੀਰ ਵਿੱਚ ਆਪ ਪ੍ਰਤੱਖ ਰੱਬ ਨੇ, ਖੁਦਾ ਨੇ, ਅਕਾਲ ਪੁਰਖ ਹਨ। ਇਸ ਕੀ ਸਰਬਰ ਹੋਏ ਨਾ ਕੋ। ਇਹਨਾਂ ਦੀ ਸਰਬਰੀ, ਇਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਬੰਧਨ ਬਨੇ ਬੰਦ ਕਰ ਦੋ। ਸੋਚਦਾ ਇਹਨਾਂ ਨੂੰ ਤਾਂ ਹੱਥ ਜੋੜ ਕੇ ਮੱਥਾ ਟੇਕਣਾ ਹੀ ਬਣ ਆਉਂਦਾ, ਨਮਸਕਾਰ ਕਰਨੀ ਹੀ ਬਣ ਆਉਂਦੀ ਹੈ। ਅਸ ਵਿਚਾਰ ਕੈ ਪਾਇਨ ਪਰਿਓ। ਏਦਾਂ ਵਿਚਾਰ ਕੇ ਪੀਰ ਦਸਤਗੀਰ ਮਹਾਰਾਜ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕ ਕੇ ਮੱਥਾ ਟੇਕਦਾ ਹੈ। ਪੁਰ ਕੋ ਸਕਲ ਗਰਭ ਪਰ ਹਰਿਓ। ਨਮਸਕਾਰ ਕਰਦਿਆਂ ਆਪਣੇ ਮਨ ਦਾ ਸਾਰਾ ਹੰਕਾਰ ਦੂਰ ਕਰ ਦਿੱਤਾ। ਸਭ ਮੁਰੀਦ ਕੋ ਗਿਰਾ ਅਲਾਈ। ਆਪਣਿਆਂ ਸਾਰਿਆਂ ਮੁਰੀਦਾਂ ਨੂੰ ਕਹਿੰਦਾ ਪੀਰ ਦਸਤਗੀਰ, ਆਪਣਿਆਂ ਚੇਲਿਆਂ ਨੂੰ ਪੱਗ ਲੱਗ ਲਿਓ ਖਤਾ ਬਖਸ਼ਾਈ। ਕਹਿੰਦਾ ਸਾਰੇ ਮੱਥਾ ਟੇਕੋ ਇਹਨਾਂ ਨੂੰ, ਕਿਉਂਕਿ ਜਿਹੜੇ ਪੱਥਰ ਲੈ ਕੇ ਆਏ ਸੀ ਮਾਰਨ ਸਾਰੇ,
ਪੀਰ ਦੇ ਕਹਿਣ ਤੇ ਕਹਿੰਦਾ ਆਪਾਂ ਸਾਰੇ ਖਤਾਬੰਦ ਹਾਂ, ਸਭ ਮੱਥਾ ਟੇਕੋ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ, ਇਹਨਾਂ ਦੇ ਚਰਨਾਂ ਤੇ ਪ੍ਰਣਾਮ ਕਰਕੇ ਆਪਣੀਆਂ ਭੁੱਲਾਂ ਦੀ ਮਾਫੀ ਮੰਗੋ। ਇਸ ਕੋ ਮਾਨੁਖ ਤਨ ਨੇ ਜਾਨੋ, ਇਹ ਕੋਈ ਸਧਾਰਨ ਮਨੁੱਖ ਨਹੀਂ, ਇਹ ਮਾਨੁਖ ਤਨ ਕਰਕੇ ਨਜ਼ਰ ਆ ਰਹੇ ਹਨ, ਪਰ ਇਹਨਾਂ ਨੂੰ ਮਾਨੁਖ ਤਨ ਕਰਕੇ ਨਾ ਜਾਣੋ। ਅੱਲਾ ਖੁਦਾਏ ਸਰੂਪ ਪਛਾਨੋ, ਇਹ ਅੱਲਾ ਤੇ ਖੁਦਾ ਦਾ ਨੂਰ ਨੇ, ਇਹ ਅੱਲਾ ਤੇ ਖੁਦਾ ਦੀ ਪ੍ਰਤੱਖ ਮੂਰਤ ਨੇ। ਲੋਗਨ ਸੁਨ ਨਿਯੋਗ ਨਿਜ ਪੀਰਾ, ਜਦੋਂ ਸਾਰਿਆਂ ਮੁਰੀਦਾਂ ਨੇ ਆਪਣੇ ਪੀਰ ਦੀ ਆਗਿਆ ਸੁਣੀ, ਦਸਤਗੀਰ ਦਾ ਹੁਕਮ ਸੁਣਿਆ, ਨਿਸ਼ਚੇ ਜਾਣਿਓ ਗੁਨੀ ਗਹੀਰਾ, ਜਾਣ ਲਿਆ ਨਿਸ਼ਚੇ ਕਰਕੇ ਕਿ ਗੁਣੀ ਗਹੀਰ ਮਾਲਕ ਹਨ। ਪਾਇਨ ਆਏ ਉਤਾਇਲ ਪਰੇ, ਔਰ ਇਹ ਸਾਰੇ ਭੱਜ ਕੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਝੁਕ ਗਏ, ਸਤਿਗੁਰਾਂ ਦੇ ਚਰਨਾਂ ਤੇ ਪ੍ਰਣਾਮ ਕਰਨ ਲੱਗੇ। ਨਾਨਾ ਬਿਦਨ ਉਪਾਇਨ ਧਰੇ, ਨਾਨਾ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਸਤਿਗੁਰਾਂ ਨੂੰ ਮਿਲਦੇ, ਮਹਾਰਾਜ ਜੀ ਨੂੰ ਭੇਟਾ ਕਰਦੇ ਹਨ। ਉਤਰੀ ਅਦੋ ਭੁਜਾ ਸਭ ਹੀ ਕੀ, ਕਹਿੰਦੇ ਜਿਨ੍ਹਾਂ ਦੀਆਂ ਬਾਹਾਂ ਅੜ ਗਈਆਂ ਸੀ ਨਾ, ਉਤਾਂ ਹੀ ਜਦੋਂ ਭੁੱਲ ਮੰਨ ਲਈ, ਸਭ ਦੀਆਂ ਬਾਹਾਂ ਥੱਲੇ ਉਤਰ ਆਈਆਂ। ਭਈ ਅਗਾਰੀ ਬਿਦ ਜਿਉ ਨੀਕੀ, ਜਿਵੇਂ ਪਹਿਲਾਂ ਸਨ ਉਸੇ ਤਰ੍ਹਾਂ ਸਭ ਹੋ ਗਏ। ਤੈਂ ਚਿਨ ਸ਼ਰਦਾ ਬਦੀਮਾਨ, ਸਭ ਦੇ ਮਨ 'ਚ ਸ਼ਰਧਾ ਵੱਧ ਗਈ, ਸਭ ਦੇ ਹਿਰਦਿਆਂ ਵਿੱਚ ਭਾਵਨਾ ਤੇ ਅਦਬ ਬਣ ਗਿਆ। ਪੂਜਨ ਲਗਿਓ ਸਰਬ ਤੁਰਕਾਨਾ, ਜਿੰਨੇ ਬਗਦਾਦ ਦੇ ਰਹਿਣ ਵਾਲੇ ਮੁਸਲਮਾਨ ਸਨ, ਸਭ ਗੁਰੂ ਨਾਨਕ ਸਾਹਿਬ ਦੀ ਪੂਜਾ ਕਰਨ ਲੱਗੇ। ਪ੍ਰਭ ਸਭ ਕੋ ਦੀਨੋ ਉਪਦੇਸ਼ਾ, ਸਤਿਗੁਰੂ ਜੀ ਨੇ ਸਾਰਿਆਂ ਨੂੰ ਪਾਵਨ ਪਵਿੱਤਰ ਉਪਦੇਸ਼ ਦੇ ਕੇ ਨਿਵਾਜਿਆ। ਸਤਨਾਮ ਸਿਮਰੋ ਜਗਤੇਸ਼ਾ, ਸਭ ਨੂੰ ਆਖਿਆ ਪਰਮੇਸ਼ਰ ਦਾ, ਅਕਾਲ ਪੁਰਖ ਦਾ, ਖੁਦਾ ਦਾ, ਅੱਲਾ ਦਾ ਨਾਮ ਜਪਿਆ ਕਰੋ ਜੇ ਤੁਸੀਂ ਮੁਕਤ ਹੋਣਾ ਹੈ। ਪਰਮੇਸ਼ਰ ਦਾ ਭਜਨ ਇਹ ਸਾਂਝਾ ਤੱਤ ਹੈ ਖਾਲਸਾ ਜੀ, ਨਾਮ ਜਪਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਸੰਸਾਰ ਦਾ ਸਾਂਝਾ ਤੱਤ ਲਿਆ, ਜਿਹਦੇ ਤੇ ਸਾਰਿਆਂ ਨੂੰ ਆਪਣੇ ਕਲਾਵੇਂ 'ਚ ਲਿਆ। ਸਾਂਝਾ ਤੱਤਵ ਦਾ ਮਤਲਬ ਹੁੰਦਾ ਵੀ ਜਿਹਦੇ ਤੇ ਕਿਸੇ ਪ੍ਰਕਾਰ ਦਾ ਕਿਸੇ ਨੂੰ ਹੀਲ ਹੁਜਤ ਨਾ ਹੋਵੇ, ਜਿਹਦੇ ਤੇ ਹਿੰਦੂ ਵੀ ਰਾਜੀ ਹੋ ਜਾਏ, ਮੁਸਲਮਾਨ ਵੀ, ਈਸਾਈ ਵੀ, ਯਹੂਦੀ ਵੀ, ਪਾਰਸੀ ਵੀ, ਬੋਧੀ ਵੀ, ਜੈਨੀ ਵੀ, ਸਭ ਰਾਜੀ ਹੋ ਜਾਣ। ਸੰਨਿਆਸੀ, ਬੈਰਾਗੀ, ਜੰਗਮ, ਸਰੇਵੜੇ, ਉਹ ਹੈ ਨਾਮ ਜਪਣਾ। ਹੁਣ ਕੋਈ ਅੱਲਾ ਅੱਲਾ ਕਵੇ ਤੇ ਰਾਮ ਰਾਮ ਕਵੇ, ਜੋ ਨਾਮ ਲਵੇ ਪਰਮੇਸ਼ਰ ਦਾ, ਨਾਮ ਜਪਣ ਤੇ ਸਭ ਰਾਜੀ ਨੇ। ਇਹ ਸਾਂਝਾ ਤੱਤ ਹੈ। ਇਹ ਸਾਂਝਾ ਤੱਤ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਲੈ ਕੇ ਸਭ ਨੂੰ ਆਪਣੇ ਕਲਾਵੇਂ 'ਚ ਲਿਆ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਹਿੰਦੂ ਹੈ। ਇਹ ਗੁਰੂ ਨਾਨਕ ਸਾਹਿਬ ਦਾ ਕਲਾਮ ਹੈ। ਪਾਤਸ਼ਾਹ ਕਹਿੰਦੇ ਜਗਤ ਦੇ ਈਸ਼ਵਰ ਅਕਾਲ ਪੁਰਖ ਪਰਮੇਸ਼ਰ ਦਾ ਜਾਪ ਜਪੋ, ਉਹਦਾ ਨਾਮ ਜਪੋ। ਪੱਖਵਾਦ ਕੋ ਭੂਲ ਨ ਕਰੀਏ, ਔਰ ਆ ਜਿਹੜਾ ਪੱਖਵਾਦ ਹੈ, ਅਸੀਂ ਵੱਡੇ, ਆਹ ਪੱਖਵਾਦ ਨੂੰ ਭੁੱਲ ਕੇ ਵੀ ਆਪਣੇ ਹਿਰਦੇ 'ਚ ਗ੍ਰਹਿਣ ਨਾ ਕਰਿਓ। ਇਹ ਪੱਖਵਾਦ ਹੈ, ਇਹ ਸਮਾਜ ਨੂੰ ਖਤਮ ਕਰਕੇ ਰੱਖ ਦੇਗਾ, ਇਹ ਦੁਨੀਆ ਨੂੰ ਮੁਕਾ ਕੇ ਰੱਖ ਦੇਗਾ। ਜਿਹੜਾ ਇਹ ਪੱਖਵਾਦ ਹੈ, ਇਹ ਅਸੀਂ ਵੱਡੇ ਤੇ ਅਸੀਂ ਵੱਡੇ ਇਦਾਂ ਕਹਿੰਦੇ ਆ, ਦੂਜਿਆਂ ਨੂੰ ਨਕਾਰਦੇ, ਇੱਕ ਦੂਜੇ ਦੇ ਦੁਸ਼ਮਣ ਬਣ ਖਲੋਤੇ। ਪਾਤਸ਼ਾਹ ਕਹਿੰਦੇ ਪੱਖਵਾਦ ਛੱਡ ਦਿਓ। ਇੱਕ ਖੁਦਾਏ ਸਭ ਵਿਖੇ ਨਿਹਰੀਏ, ਇੱਕੋ ਖੁਦਾ ਹੈ, ਉਹੀ ਸਭ ਵਿੱਚ ਵੇਖੋ, ਉਸੇ ਦੀ ਜੋਤ ਹੈ ਸਰਬ ਵਿੱਚ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। हिंदू तुर्क को राफजी इमाम साफी, मानस की जात सब एक पहचान वो। ਇੱਕੋ ਜੋਤ ਸਾਰਿਆਂ ਵਿੱਚ ਵਸਦੀ ਹੈ ਪਰਮਾਤਮਾ ਦੀ, ਅਕਾਲ ਪੁਰਖ ਦੀ। ਇਹ ਵੇਖੋ ਕਿ ਉਸੇ ਦੀ ਜੋਤ ਸਰਬ ਵਿੱਚ ਵਿਆਪਕ ਹੈ। ਕਰੋ ਜੇ ਦਿੜ ਅਸ ਬਿਦ ਅਭਿਆਸਾ, ਜੇ ਤੁਸੀਂ ਇਸ ਤਰ੍ਹਾਂ ਦਾ ਅਭਿਆਸ ਆਪਣੇ ਹਿਰਦੇ 'ਚ ਦ੍ਰਿੜ ਕਰੋਗੇ, ਪਰਪੱਕ ਕਰੋਗੇ, ਪ੍ਰਾਪਤ ਹੋਏ ਮੁਕਤ ਸੁਖ ਰਾਸਾ, ਤਾਂ ਤੁਸੀਂ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੋਵੋਗੇ।
ਜਿਹਦੇ ਵਿੱਚ ਸੁੱਖ ਹੀ ਸੁੱਖ ਹਨ। ਕਿਤਕ ਦਿਵਸ ਗੁਰ ਤਾਹਾਂ ਗੁਜ਼ਾਰੇ। ਕੁਝ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਗਦਾਦ ਵਿੱਚ ਬਤੀਤ ਕੀਤੇ। ਦੇ ਉਪਦੇਸ਼ ਅਧਿਕ ਨਰ ਤਾਰੇ। ਅਨੇਕਾਂ ਨਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਰਹਿ ਕੇ ਤਾਰਿਆ। ਬਕਾਇਦਾ ਗੁਰੂ ਨਾਨਕ ਸਾਹਿਬ ਦਾ ਪਾਵਨ ਸਥਾਨ ਹੈ ਬਗਦਾਦ ਅੰਦਰ। ਬੌਰ ਗਵਨ ਕੀ ਕੀਨੀ ਤਿਆਰੀ। ਬਗਦਾਦ ਦੇ ਅਨੇਕਾਂ ਪ੍ਰਾਣੀਆਂ ਨੂੰ ਮੁਕਤ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇੱਥੋਂ ਅੱਗੇ ਨੂੰ ਤਿਆਰੀ ਕੀਤੀ ਚੱਲਣ ਦੀ। ਨਮਸਕਾਰ ਤੈ ਚਰਨ ਅਮਾਰੀ। ਐਸੇ ਦੀਨ ਦਿਆਲ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸਾਡੀ ਨਮਸਕਾਰ ਹੈ। ਨਮਾਮ ਹੈ ਮਹਾਰਾਜ ਜੀ ਦੇ ਪਾਵਨ ਚਰਨਾਂ ਤੇ ਸਾਡੀ ਵੰਦਨਾ ਹੈ। ਦੋਹਰਾ ਸ਼੍ਰੀ ਗੁਰ ਜਸ ਕਮਲਨ ਬਨੀ। ਮਨ ਕਰ ਭੋਰ ਲੁਭਾਏ। ਇਹ ਭਾਈ ਗੁਰੂ ਨਾਨਕ ਸਾਹਿਬ ਦਾ ਜਸ, ਗੁਰੂ ਨਾਨਕ ਸਾਹਿਬ ਦੀ ਵਡਿਆਈ, ਇਹ ਕਮਲਾਂ ਦਾ ਬਗੀਚਾ। ਕਮਲਾਂ ਦੇ ਫੁੱਲ ਹੁੰਦੇ ਨਾ, ਕਮਲ ਦੇ, ਕਮਲ ਫੁੱਲਾਂ ਦਾ ਬਗੀਚਾ ਹੈ ਗੁਰੂ ਨਾਨਕ ਸਾਹਿਬ ਦੀ ਵਡਿਆਈ। ਔਰ ਇਸ ਕਮਲ ਫੁੱਲਾਂ ਦੇ ਬਗੀਚੇ ਵਿੱਚ ਮੈਂ ਆਪਣੇ ਮਨ ਨੂੰ ਭਵਰਾ ਬਣਾ ਕੇ ਲੁਭਾਏਮਾਨ ਕਰਦਾ ਹਾਂ। ਮਨ ਕਰ ਭੌਰ ਲੁਭਾਏ, ਮੇਰਾ ਮਨ ਭਵਰਾ ਬਣ ਕੇ ਲੁਭਾਏਮਾਨ ਹੁੰਦਾ ਹੈ ਗੁਰੂ ਨਾਨਕ ਸਾਹਿਬ ਦੇ ਜਸ ਦੇ ਕਮਲ ਫੁੱਲਾਂ ਦੀ ਬਗੀਚੀ ਵਿੱਚ। ਨਿਸ ਦਿਨ ਵਿਚਰੋ ਤਾਸ ਮੈਂ ਗਤ ਸੁਗੰਧ ਸ਼ੁਭ ਪਾਏ। ਰਾਤ ਦਿਨ ਮੈਂ ਇਸ ਬਗੀਚੀ ਵਿੱਚ ਵਿਚਰਦਾ ਹਾਂ, ਮੇਰਾ ਮਨ ਇਸ ਬਗੀਚੇ ਵਿੱਚ ਵਿਚਰਦਾ ਹੈ। ਔਰ ਮੁਕਤੀ ਰੂਪੀ ਸੁਗੰਧੀ, ਸ਼ੁਭ ਸੁਗੰਧੀ, ਉਹ ਮੈਨੂੰ ਇਹਦੇ ਚੋਂ ਪ੍ਰਾਪਤ ਹੋਣੀ ਹੈ। ਚੌਪਈ ਸ਼੍ਰੀ ਅੰਗਦ ਸੁਨ ਕਥਾ ਮਹਾਨਾ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਆਪ ਜੀ ਇਸ ਪਵਿੱਤਰ ਤੇ ਮਹਾਨ ਕਥਾ ਨੂੰ ਸਰਵਣ ਕਰੋ। ਸ਼੍ਰੀ ਗੁਰ ਸੋ ਬੋਲਿਓ ਮਰਦਾਨਾ। ਭਾਈ ਸਾਹਿਬ ਭਾਈ ਮਰਦਾਨਾ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਅਬ ਤੋ ਕੀਨੀ ਸੈਲ ਕਨੇਰੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਹਾਸ ਵਿਲਾਸ ਹੋ ਰਿਹਾ, ਵਿਨੋਦ ਹੋ ਰਿਹਾ ਸਤਿਗੁਰਾਂ ਨਾਲ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਬੜੀ ਧਰਤੀ ਵੇਖ ਲਈ, ਬੜੀ ਸੈਲ ਕਰ ਲਈ, ਖਬਰੇ ਸੰਸਾਰ ਦੇ ਕਿਹੜੇ ਕਿਹੜੇ ਕੋਨੇ 'ਚ ਤੁਸੀਂ ਲੈ ਕੇ ਗਏ ਹੋ ਮੈਨੂੰ। ਮਹਾਰਾਜ ਬੜੀ ਧਰਤੀ ਵੇਖ ਲਈ, ਬੜੀ ਸੈਰ ਕਰ ਲਈ। ਫਿਰੇ ਜਹਾਂ ਤੈ ਛਿਤ ਬੋਹੇਰੀ। ਬਹੁਤ ਥਾਵਾਂ ਤੇ ਬਹੁਤ ਧਰਤੀਆਂ, ਬਹੁਤ ਆਕਾਸ਼ ਤੁਸਾਂ ਨੇ ਵਿਖਾਏ ਹਨ। ਗਮਨ ਕਰੋ ਅਬ ਆਪਨ ਨਿਕੇਤਾ। ਮਹਾਰਾਜ ਚੱਲੀਏ ਹੁਣ ਘਰ ਵਾਪਸ ਆਪਣੇ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਚੱਲੀਏ ਹੁਣ ਘਰ ਆਪਣੇ ਵਾਪਸ, ਆਪਣਾ ਘਰ ਸਾਂਭੀਏ ਚੱਲ ਕੇ। ਬੜੀ ਦੁਨੀਆ ਵੇਖ ਲਈ, ਬੜੀ ਧਰਤੀ ਵੇਖ ਲਈ, ਬੜੇ ਆਕਾਸ਼ ਵੇਖ ਲਏ। ਮਹਾਰਾਜ ਜੀ ਹੁਣ ਪਰਤ ਚੱਲੀਏ ਘਰ ਨੂੰ, ਮੁੜ ਚੱਲੀਏ ਘਰ ਨੂੰ। ਸੁਨ ਬੋਲੇ ਬੇਦੀ ਕੁਲ ਕੇਤਾ। ਬੇਦੀਆਂ ਦੀ ਕੁਲ ਦੇ ਕੇਤੂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਬੋਲੇ, ਮਰਦਾਨੇ ਘਰ ਯਾਦ ਤੁਮਾਰੇ। ਤੈਨੂੰ ਆਪਣਾ ਘਰ ਚੇਤੇ ਹੈ। ਰਹਿਤ ਸਦਾ ਨੈ ਕਰੋ ਵਿਸਾਰੇ। ਕਿਹੜਾ ਘਰ ਚੇਤੇ ਹੈ? ਉਹ ਘਰ ਜਾਂ ਆਹ ਘਰ ਜਿਹੜੇ ਸੰਸਾਰ 'ਚ ਬਣਾਏ ਹੋਏ ਨੇ, ਤੇਰੇ ਚੇਤੇ 'ਚੋਂ ਹਾਲੇ ਘਰ ਵਿਸਰਿਆ ਨਹੀਂ। ਜਾਵਨ ਕੀ ਅਤ ਚਾਹ ਜਿਓਈ। ਮਹਾਰਾਜ ਜੀ ਕਹਿੰਦੇ, ਜੇ ਜਾਣ ਦੀ ਚਾਹਨਾ ਹੈ ਤੇਰੇ ਅੰਦਰ ਕਿ ਤੂੰ ਜਾਣਾ ਘਰ ਨੂੰ, ਦੇਹ ਪੁਚਾਏ ਬਿਲਮ ਬਿਨ ਤੋਈ। ਤੇ ਬਿਨਾਂ ਦੇਰੀ ਤੋਂ ਤੈਨੂੰ ਪਹੁੰਚਾ ਦਿੰਨੇ ਆ, ਅੱਖ ਦੇ ਫੋਰ ਵਿੱਚ ਪਹੁੰਚਾ ਦਿੰਨੇ ਹਾਂ। ਜਾਏ ਮਿਲੋ ਆਪਣੇ ਪਰਿਵਾਰਾ। ਜਾ ਕੇ ਆਪਣੇ ਪਰਿਵਾਰ ਨੂੰ ਬਨਤਾ ਸੁਤ ਸੋ ਕਰੋ ਪਿਆਰਾ। ਜਾ ਕੇ ਘਰ ਵਾਲੀ ਨੂੰ, ਪੁੱਤਰਾਂ ਨੂੰ ਜਾ ਕੇ ਮਿਲ ਲੈ। ਕਹਿ ਮਰਦਾਨਾ ਸਹਿਜ ਸੁਭਾਇਕ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਮੈਂ ਤਾਂ ਸੁਤੇ ਸਿੱਧ ਸੁਭਾਵਕ ਇਹ ਗੱਲ ਕਹੀ ਐ। ਮੈਂ ਬੂਝੇ ਸੁਨੀਏ ਸੁਖਦਾਇਕ। ਇਹ ਸੁੱਖਾਂ ਦੇ ਦਾਤੇ ਸਤਿਗੁਰੂ, ਮੈਂ ਤਾਂ ਉਦਾਂ ਹੀ ਸੁਭਾਵਕ ਕਿਹਾ। ਮਹਾਰਾਜ ਬੜੀ ਧਰਤੀ ਵੇਖ ਲਈ ਐ, ਵੀ ਚੱਲੀਏ ਘਰਾਂ ਨੂੰ ਹੁਣ ਵਾਪਸੀ।
ਮਹਾਰਾਜ ਮੈਂ ਤਾਂ ਸੁਭਾਵਕ ਹੀ ਕਿਹਾ ਹੈ। ਪ੍ਰਥਮੇ ਜਾਉ ਨ ਸਦਨ ਮਝਾਰੇ। ਮਹਾਰਾਜ ਜੀ ਮੈਂ ਪਹਿਲੋਂ ਨਹੀਂ ਜੇ ਜਾਣਾ ਤੁਹਾਡੇ ਤੋਂ ਆਪਣੇ ਘਰ। ਇਹ ਗੱਲਾਂ ਹੋ ਰਹੀਆਂ ਨੇ, ਇਹਨਾਂ ਵਿੱਚ ਡੂੰਘੀਆਂ ਰਮਜਾਂ ਨੇ ਵਿੱਚ। ਮਹਾਰਾਜ ਪ੍ਰਥਮੇ ਤੁਹਾਡੇ ਤੋਂ ਪਹਿਲਾਂ ਨਹੀਂ ਜੇ ਮੈਂ ਮੁੜਨਾ, ਤੁਹਾਡੇ ਤੋਂ ਪਹਿਲਾਂ ਨਹੀਂ ਜੇ ਮੈਂ ਜਾਣਾ। ਆਪ ਚਲੋ ਤੋ ਜਾਏ ਸੰਘਾਰੇ। ਮਹਾਰਾਜ ਤੁਸੀਂ ਚੱਲੋਗੇ ਤੇ ਤੁਹਾਡੇ ਨਾਲ ਜਾਵਾਂਗਾ, ਮੈਂ ਇਕੱਲਿਆਂ ਨਹੀਂ ਜੇ ਜਾਣਾ। ਤੁਸੀਂ ਚੱਲੋਗੇ ਤੇ ਤੁਹਾਡੇ ਨਾਲ ਚੱਲਾਂਗਾ ਮੇਰੇ ਸਾਹਿਬ, ਮੈਂ ਇਕੱਲਿਆਂ ਨਹੀਂ ਜੇ ਜਾਣਾ। ਸ੍ਰੀ ਗੁਰ ਬੋਲੇ ਸਹਿਜ ਸੁਭਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿਣ ਲੱਗੇ ਤੂੰ ਹਮ ਤੇ ਪਹਿਲੇ ਹੀ ਜਾਏ। ਮਰਦਾਨਿਆ ਤੈਨੂੰ ਸਾਡੇ ਤੋਂ ਪਹਿਲਾਂ ਹੀ ਜਾਣਾ ਪੈਣਾ ਜੇ, ਤੂੰ ਸਾਡੇ ਤੋਂ ਪਹਿਲਾਂ ਹੀ ਜਾਣਾ ਜੇ। ਇਹੀ ਵਿਧੀ ਹੈ, ਇਹੀ ਅਕਾਲ ਪੁਰਖ ਦਾ ਕਰਤਾਰ ਦਾ ਹੁਕਮ ਤੇ ਕਰਤਾਰ ਦੀ ਰਜ਼ਾ ਹੈ। ਸਥਿਰ ਆਲੇ ਅਲੇਹ ਸੰਭਾਰੂ। ਔਰ ਸਾਡਾ ਵਚਨ ਹੈ ਤੇਰੇ ਨਾਲ ਕਿ ਤੂੰ ਪਹਿਲਾਂ ਜਾਣਾ, ਤੇ ਜਿੱਥੇ ਜਾਣਾ ਉੱਥੇ ਅਸੀਂ ਤੈਨੂੰ ਆਪ ਪਹੁੰਚਦਾ ਕਰਨਾ, ਤੇ ਉਸ ਘਰ ਦੀ ਸੰਭਾਲ ਕਰਾਉਣੀ ਹੈ ਜਿਸ ਘਰ ਵਿੱਚ ਜਾ ਕੇ ਮਰਦਾਨਿਆਂ ਤੈਨੂੰ ਕਦੇ ਮੁੜ ਕੇ ਸੰਸਾਰ ਵਿੱਚ ਨਹੀਂ ਆਉਣਾ ਪਵੇਗਾ। ਐਸੇ ਘਰ ਤੱਕ ਤੈਨੂੰ ਲੈ ਕੇ ਅਸਾਂ ਨੇ ਜਾਣਾ। ਕਹਿੰਦੇ ਗੁਰੂ ਨਾਨਕ ਸਾਹਿਬ ਤੋਂ ਭਾਈ ਮਰਦਾਨਾ ਜੀ ਤਕਰੀਬਨ 9-10 ਵਰੇ ਵੱਡੇ ਸੀ ਉਮਰ ਕਰਕੇ। ਸਤਿਗੁਰਾਂ ਦੀ ਉਮਰ ਆ ਸਰੀਰ ਦੀ ਉਦੋਂ ਕੋਈ 3 ਕੁ ਸਾਲ ਦੀ ਹੋਵੇਗੀ। ਭਾਈ ਮਰਦਾਨੇ ਨੂੰ ਉਹਨਾਂ ਦੇ ਪਿਤਾ ਨੇ ਆਖਿਆ ਵੀ ਜਾ ਬੇਟਾ ਬੇਦੀਆਂ ਦੇ ਘਰੋਂ ਕੁਝ ਮੰਗ ਕੇ ਲੈ ਆ ਆਟਾ। ਭਾਈ ਮਰਦਾਨਾ ਜੀ ਗਏ ਤੇ ਦਰਵਾਜ਼ੇ ਤੇ ਜਾ ਕੇ, ਕਿਉਂਕਿ ਕੁਲ ਮਰਾਸ਼ੀ ਸੀ ਬੇਦੀਆਂ ਦੇ, ਗਾਣ ਲੱਗੇ ਬੜਾ ਸੋਹਣਾ। ਤੇ ਮਾਤਾ ਨੇ ਕੋਈ ਪਦਾਰਥ ਘਰ ਵਿੱਚ ਕੋਈ ਆਟਾ ਖੰਡ ਭਾਈ ਮਰਦਾਨੇ ਨੂੰ ਦਿੱਤਾ। ਮਾਤਾ ਜੀ ਕਿਸੇ ਕੰਮ 'ਚ ਰੁੱਝ ਗਏ ਤੇ ਗੁਰੂ ਨਾਨਕ ਸਾਹਿਬ 3 ਕੁ ਸਾਲ ਦੇ ਸਨ। ਮਰਦਾਨਾ ਗਾਂਦਾ ਜਾ ਰਿਹਾ ਰਸਤੇ 'ਚ ਗਲੀ 'ਚ, ਤੇ ਸਤਿਗੁਰੂ ਜੀ ਪਿੱਛੇ ਪਿੱਛੇ ਟੁਰੇ ਜਾਂਦੇ ਮਰਦਾਨੇ ਦੇ। ਸਤਿਗੁਰੂ ਪਿੱਛੇ ਪਿੱਛੇ, ਮਰਦਾਨੇ ਨੂੰ ਨਹੀਂ ਪਤਾ ਵੀ ਪਿੱਛੇ ਗੁਰੂ ਨਾਨਕ ਸਾਹਿਬ ਆਉਂਦੇ, ਉਹ ਆਪਣੀ ਮਸਤੀ 'ਚ ਗਾਉਂਦੇ ਜਾ ਰਹੇ। ਮਰਦਾਨਾ ਜੀ ਘਰ ਪਹੁੰਚੇ ਤੇ ਗਲੀ ਤੋਂ ਉਹਨਾਂ ਦੇ ਘਰ ਦਾ ਥੜਾ ਉੱਚਾ ਸੀ, 3-4 ਫੁੱਟ ਉਚਾਈ ਸੀ। ਭਾਈ ਮਰਦਾਨਾ ਜੀ ਤਾਂ ਅੰਦਰ ਚਲੇ ਗਏ ਤੇ ਗੁਰੂ ਨਾਨਕ ਸਾਹਿਬ ਥੜੇ ਦੇ ਉੱਤੇ ਚੜ੍ਹਦੇ। ਸਰੀਰ ਦਾ ਕੱਦ ਛੋਟਾ ਤੇ ਚੜ੍ਹਿਆ ਨਹੀਂ ਜਾਂਦਾ, ਫਿਰ ਥੱਲੇ ਆ ਜਾਂਦੇ। ਯਤਨ ਕਰ। ਇੰਨੇ ਨੂੰ ਭਾਈ ਮਰਦਾਨਾ ਜੀ ਦੇ ਪਿਤਾ ਜੀ ਬਾਹਰ ਆਏ। ਉਹਨਾਂ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਤੇ ਸਿਆੜ ਲਿਆ ਵੀ ਇਹ ਤਾਂ ਪਟਵਾਰੀ ਦਾ ਪੁੱਤਰ ਹੈ। ਇੱਕਦਮ ਹੈਰਾਨ ਹੋਇਆ ਤੇ ਮਰਦਾਨੇ ਨੂੰ ਆਵਾਜ਼ ਮਾਰੀ, ਉਹ ਮਰਦਾਨਿਆ ਆਹ ਕੀ ਕੀਤਾ ਜੇ? ਪਟਵਾਰੀ ਦੇ ਪੁੱਤ ਨੂੰ ਨਾਲ ਲੈ ਆਇਆ? ਸਾਡੇ ਵਰਗੇ ਨੀਚ ਮਰਾਸ਼ੀਆਂ ਦੇ ਘਰ ਬੇਦੀਆਂ ਦਾ ਪੁੱਤ ਚੱਲ ਕੇ ਆ ਗਿਆ। ਜੇ ਉਹਨੂੰ ਪਟਵਾਰੀ ਨੂੰ ਪਤਾ ਲੱਗ ਗਿਆ ਤੇ ਕਿਤੇ ਐਸਾ ਨਾ ਹੋਵੇ ਕਿ ਉਹ ਆ ਕੇ ਆਪਾਂ ਨੂੰ ਤਾੜ ਨਾ ਕਰੇ। ਤੈਨੂੰ ਪਤਾ ਨਹੀਂ ਉਹ ਕਿੰਨਾ ਗੁਸੈਲਾ। ਜਾ ਇਹਨੂੰ ਵਾਪਸ ਛੱਡ ਕੇ ਆ। ਭਾਈ ਮਰਦਾਨਾ ਜੀ ਕਹਿੰਦੇ ਅੱਬਾ ਮੈਂ ਨਹੀਂ ਲੈ ਕੇ ਆਇਆ, ਮੈਨੂੰ ਤਾਂ ਪਤਾ ਵੀ ਨਹੀਂ ਪਿੱਛੇ ਕਿਵੇਂ ਆ ਗਏ, ਮੈਂ ਛੱਡ ਆਉਣਾ। ਗੁਰੂ ਨਾਨਕ ਸਾਹਿਬ ਦੀ ਉਂਗਲ ਭਾਈ ਮਰਦਾਨੇ ਨੇ ਹੱਥ 'ਚ ਫੜੀ, ਟੁਰੇ ਜਾਂਦੇ। ਜਦੋਂ ਸਾਹਿਬਾਂ ਦੇ ਘਰ ਤੱਕ ਪਹੁੰਚੇ, ਦਰਵਾਜ਼ੇ ਦੇ ਅੰਦਰ ਵਾੜਦੇ ਆਖਿਆ, ਲੈ ਨਾਨਕ ਅੰਦਰ ਚਲਾ ਜਾ, ਹੁਣ ਮੇਰੇ ਪਿੱਛੇ ਨਾ ਆਈ। ਇਹ ਛੱਡ ਕੇ ਸਤਿਗੁਰਾਂ ਨੂੰ ਭਾਈ ਮਰਦਾਨਾ ਜੀ ਪਰਤ ਆਏ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਚੇਤਾ ਜੇ। ਮਹਾਰਾਜ ਜੀ ਕਹਿੰਦੇ ਮਰਦਾਨਿਆ, ਇੱਕ ਦਿਨ ਸੀ ਜਦੋਂ ਤੂੰ ਆਪਣੇ ਘਰ ਤੋਂ ਲੈ ਕੇ ਸਾਡੇ ਘਰ ਤੱਕ ਸਾਨੂੰ ਸਾਡੇ ਘਰ ਪਹੁੰਚਦਾ ਕੀਤਾ ਸੀ, ਉਹ ਵਾਰੀ ਅੱਜ ਸਾਡੀ ਹੈ। ਅਸੀਂ ਤੇਰੀ ਉਂਗਲ ਫੜ ਕੇ ਨਿਰੰਕਾਰ ਦੇ ਘਰ ਤੱਕ ਤੈਨੂੰ ਅਸੀਂ ਆਪ ਪਹੁੰਚਦਾ ਕਰਾਂਗੇ। ਖੁਦਾ ਦੇ ਉਸ ਅਸਚਲ ਤੇ ਨਿਸ਼ਚਲ ਘਰ ਦੇ ਵਿੱਚ ਜਿੱਥੇ ਜਾ ਕੇ ਕਦੇ ਚਲਾਏਮਾਨ ਨਹੀਂ ਹੋਣਾ ਪੈਂਦਾ ਮਰਦਾਨਿਆਂ,
ਉਹ ਘਰ ਵਿੱਚ ਤੂੰ ਸਾਡੇ ਤੋਂ ਪਹਿਲੋਂ ਹੀ ਜਾਣਾ ਤੇ ਅਸੀਂ ਤੈਨੂੰ ਉਸ ਘਰ ਦੀ ਸੰਭਾਲ ਕਰਾਉਣੀ ਹੈ। ਸਥਿਰ ਆਲੇ ਸੰਭਾਰੂ ਮਰਦਾਨਿਆ ਉਸ ਅਸਥਿਰ ਘਰ ਨੂੰ ਚੱਲ ਕੇ ਸੰਭਾਲ ਲਵੇਂ। ਭਵ ਬੰਧਨ ਤੇ ਹੋਏ ਛੁਟਕਾਰੂ ਸੰਸਾਰ ਦੇ ਜਨਮ ਮਰਨ ਦੇ ਬੰਧਨਾਂ ਤੋਂ ਤੇਰਾ ਛੁਟਕਾਰਾ ਹੈ ਮਰਦਾਨਿਆ। ਤੈਂ ਹੁਣ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਣਾ। ਜਗ ਮੈਂ ਹੋਵੇ ਫੇਰ ਨਾ ਫੇਰਾ ਜਨਮ ਮਰਨ ਦੁੱਖ ਮਿਟਗਾ ਤੇਰਾ। ਮਹਾਰਾਜ ਜੀ ਕਹਿੰਦੇ ਮਰਦਾਨਿਆ ਇਸ ਜਗਤ ਵਿੱਚ ਹੁਣ ਤੇਰਾ ਜਨਮ ਮਰਨ ਦਾ ਫੇਰਾ ਨਹੀਂ ਹੋਵੇਗਾ। ਤੇਰਾ ਇਸ ਸੰਸਾਰ ਵਿੱਚ ਜਨਮ ਮਰਨ ਦਾ ਫੇਰਾ ਮਿਟ ਗਿਆ। ਤੂੰ ਹੁਣ ਇਸ ਸੰਸਾਰ ਵਿੱਚ ਮੁੜ ਸਰੀਰ ਵਿੱਚ ਨਹੀਂ ਆਵੇਗਾ। ਤੂੰ ਮੁਕਤ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਆਪੇ ਕਹਿੰਦੇ ਨੇ ਕਿੱਡੀ ਵੱਡੀ ਦਾਤ ਹੈ ਕਿ ਮਰਦਾਨਿਆ ਇਹ ਸੰਸਾਰ ਵਿੱਚ ਤੇਰਾ ਹੁਣ ਫੇਰਾ ਨਹੀਂ ਹੋਣਾ। ਜਨਮ ਮਰਨ ਦੁੱਖ ਮਿਟ ਗਿਆ ਤੇਰਾ। ਤੇਰਾ ਜਨਮ ਤੇ ਮਰਨ ਦਾ ਦੁੱਖ ਮਿਟ ਗਿਆ ਹੈ। ਇਸ ਦੁੱਖ ਨੂੰ ਮਿਟਾਉਣ ਵਾਸਤੇ ਕਬੀਰ ਜੀ ਜੈਸੇ ਮਹਾਂਪੁਰਸ਼ਾਂ ਨੇ ਤਾਹਾ ਮਾਰ ਕੇ ਨਿਰੰਕਾਰ ਨੂੰ ਬੇਨਤੀਆਂ ਕੀਤੀਆਂ, ਅਕਾਲ ਪੁਰਖ ਮੇਰਾ ਆਹ ਇੱਕ ਦੁੱਖ ਕੱਟ ਦਿਓ ਜਿਹੜਾ ਬਾਰ-ਬਾਰ ਜੰਮਣਾ ਪੈਂਦਾ ਤੇ ਬਾਰ-ਬਾਰ ਮਰਨਾ ਪੈਂਦਾ। ਸਤਿਗੁਰੂ ਜੀ ਭਾਈ ਮਰਦਾਨੇ ਨੂੰ ਕਹਿੰਦੇ ਤੇਰਾ ਜਨਮ ਤੇ ਮਰਨ ਕੱਟਿਆ ਗਿਆ, ਤੇਰਾ ਜਨਮ ਤੇ ਮਰਨ ਮਿਟ ਗਿਆ ਹੈ। ਜਾਣਿਓ ਸਾਚ ਬਚਨ ਪ੍ਰਭ ਹੋਵੰ। ਇਹਨੇ ਜਾਣ ਲਿਆ। ਭਾਈ ਮਰਦਾਨਾ ਜੀ ਸਮਝ ਗਏ ਕਿ ਜੋ ਗੁਰੂ ਬਾਬਾ ਜੀ ਕਹਿ ਰਹੇ ਨੇ ਇਹ ਬਚਨ ਸੱਚ ਹਨ। ਬੋਲਿਓ ਮਰਦਾਨਾ ਹਨ ਮੋਹੰ। ਭਾਈ ਮਰਦਾਨਾ ਜੀ ਮੋਹ ਤੋਂ ਰਹਿਤ ਹੋ ਕੇ ਕਿਉਂਕਿ ਅਵਸਥਾ ਤਾਂ ਪਹਿਲਾਂ ਹੀ ਬੜੀ ਉੱਚੀ ਸੀ ਭਾਈ ਮਰਦਾਨੇ ਦੀ। ਸਤਿਗੁਰੂ ਆਪ ਕਈ ਵਾਰੀ ਪਰਦਾ ਪਾ ਦਿੰਦੇ ਸਨ। ਉਹ ਤਾਂ ਪਾਉਂਦੇ ਸੀ ਵੀ ਸੱਜਣ ਵਰਗਿਆਂ ਦਾ ਉਧਾਰ ਕਰਨਾ ਸੀ, ਕੌਡੇ ਵਰਗੇ ਜੀਵਾਂ ਦੀ ਕਲਿਆਣ ਕਰਨੀ ਸੀ, ਨੂਰ ਸ਼ਾਹ ਜਾਦੂਗਰਨੀ ਨੂੰ ਕਿਰਤਾਰਥ ਕਰਨਾ ਸੀ। ਤਾਂ ਮਰਦਾਨੇ ਨੂੰ ਕਦੇ ਭੁੱਖ ਲਾ ਦਿੰਦੇ, ਕਦੇ ਪਿਆਸ ਲਾ ਦਿੰਦੇ। ਪਰ ਭਾਈ ਸਾਹਿਬ ਭਾਈ ਮਰਦਾਨਾ ਜੀ ਬੜੀ ਮਹਾਨ ਤੇ ਉੱਚ ਅਵਸਥਾ ਦੇ ਮਾਲਕ ਨੇ ਗੁਰੂ ਖਾਲਸਾ ਜੀ। ਕਹਿੰਦੇ ਇੱਥੇ ਹੁਣ ਇੱਕਦਮ ਸੁਰਤੰਤਰ ਮੁਖੀ ਹੋ ਗਈ ਭਾਈ ਮਰਦਾਨੇ ਦੀ। ਮੋਹ ਨੂੰ ਹੰਨ ਦਿੱਤਾ। ਮੋਹ ਇੰਨਾ ਪ੍ਰਬਲ ਵਿਕਾਰ ਹੈ ਨਾ। ਪੰਜਾਂ ਵਿਕਾਰਾਂ ਚੋਂ ਸਭ ਤੋਂ ਬਲਵਾਨ ਤੇ ਬਲੀ ਵਿਕਾਰ ਹੈ ਮੋਹ। ਅਸੀਂ ਤਾਂ ਕਾਮ ਕ੍ਰੋਧ ਦੇ ਉਲਝੇਵੇਂ ਚ ਉਲਝੇ ਹਾਂ। ਹਾਲਾਂਕਿ ਸਭ ਤੋਂ ਬਲੀ ਵਿਕਾਰ ਤਾਂ ਮੋਹ ਹੈ। ਸਾਡੇ ਕੋਲੋਂ ਤਾਂ ਹਾਲੇ ਕਾਮ ਨਹੀਂ ਛੁੱਟਦਾ, ਕ੍ਰੋਧ ਨਹੀਂ ਛੁੱਟਦਾ, ਲੋਭ ਨਹੀਂ ਛੁੱਟਦਾ, ਹੰਕਾਰ ਨਹੀਂ ਛੁੱਟਦਾ ਤੇ ਮੋਹ ਛੁੱਟਣਾ ਤਾਂ ਬੜੀ ਅੱਗੇ ਦੀ ਬਾਤ ਹੈ। ਮੋਹ ਪ੍ਰਬਲ ਵਿਕਾਰ ਹੈ। ਮੋਹ ਇਹਨਾਂ ਸਾਰੇ ਵਿਕਾਰਾਂ ਦਾ ਰਾਜਾ ਹੈ। ਜਿਸ ਹਿਰਦੇ ਚੋਂ ਮੋਹ ਬਿਨਸ ਜਾਏ ਉਹ ਆਤਮ ਗਿਆਨ ਨੂੰ ਪ੍ਰਾਪਤ ਹੋ ਜਾਂਦੇ ਹਨ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਦੀ ਦਇਆ ਦ੍ਰਿਸ਼ਟੀ ਨਾਲ ਭਾਈ ਮਰਦਾਨਾ ਜੀ ਨੇ ਆਪਣੇ ਹਿਰਦੇ ਚੋਂ ਮੋਹ ਨੂੰ ਮਿਟਾ ਦਿੱਤਾ। ਜੈ ਤਨ ਛੁਟੇ ਕੌਣ ਥਲ ਹੋਈ। ਪੁੱਛਦੇ ਨੇ ਮਹਾਰਾਜ ਇਹ ਤਨ ਜਿੱਥੇ ਛੁਟੇਗਾ ਉਹ ਕਿਹੜੀ ਥਾਂ ਹੋਵੇਗੀ? ਕਿਸ ਜਗ੍ਹਾ ਤੇ ਤਨ ਛੁਟੇਗਾ ਮਹਾਰਾਜ? ਜਿੱਥੇ ਛੁਟੇਗਾ ਇਹਦੀ ਦਸ਼ਾ ਬਾਅਦ ਵਿੱਚ ਕੀ ਹੋਣੀ? ਤਾਂ ਗੁਰੂ ਜਨਮ ਸਾਖੀ 'ਚ ਜ਼ਿਕਰ ਆਉਂਦਾ, ਸਤਿਗੁਰਾਂ ਨੇ ਪੁੱਛਿਆ ਮਰਦਾਨਿਆਂ ਕੀ ਤੇਰੀ ਕਬਰ ਕਰ ਦਈਏ? ਕੀ ਤੇਰੀ ਕਬਰ ਕਰ ਦਈਏ? ਤੇ ਮਰਦਾਨੇ ਨੇ ਆਖਿਆ ਬਾਬਾ ਇੱਕ ਗੋਰ ਚੋਂ ਕੱਢ ਦੂਸਰੀ ਗੋਰ 'ਚ ਕਿਉਂ ਪਾਵਣਾ ਜੇ? ਇੱਕ ਗੋਰ ਚੋਂ ਕੱਢ ਕੇ ਆਹ ਸਰੀਰ ਰੂਪੀ ਗੋਰ ਚੋਂ ਕਬਰ ਚੋਂ ਕੱਢ ਕੇ ਦੂਸਰੀ ਕਬਰ ਵਿੱਚ ਗੋਰ 'ਚ ਕਿਉਂ ਪਾਵਣਾ ਜੇ? ਤੁਹਾਡੇ ਸਿੱਖਾਂ ਦਾ ਸੰਸਕਾਰ ਹੁੰਦਾ, ਕਿਰਪਾ ਕਰਿਓ। ਮੈਂ ਤੁਹਾਡਾ ਸੇਵਕ ਹਾਂ, ਜੰਮਿਆ ਮੁਸਲਮਾਨਾਂ ਦੇ ਘਰ ਜ਼ਰੂਰ ਹਾਂ, ਪਰ ਮੇਰੀ ਇਸ ਦੇਹ ਦਾ ਅੰਤਮ ਸੰਸਕਾਰ ਆਪਣੇ ਹੱਥੀਂ ਕਰਿਓ। ਸਤਿ ਸ੍ਰੀ ਅਕਾਲ। ਭਾਈ ਸਾਹਿਬ ਭਾਈ ਮਰਦਾਨਾ ਜੀ ਗੁਰੂ ਚਰਨਾਂ 'ਚ ਜਿਵੇਂ ਆਪਣਾ ਸਰੀਰ ਤਿਆਗ ਕੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ।
ਉਸ ਅਵਸਥਾ ਨੂੰ ਭਾਈ ਮਰਦਾਨਾ ਜੀ ਪ੍ਰਾਪਤ ਹੋ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਭ ਤੇ ਵੱਡਾ ਸਤਿਗੁਰ ਨਾਨਕ, 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 ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਸੁਖ ਪੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਵੇਕ, ਹੇ ਪਰੰਪਰ ਹਰ ਹਰੇ, ਹੈ ਪੀਓ ਅਣਹਾਰ, ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਹਰਾ ਕੋਈ ਐ ਪਰੋਏ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਆਲ, ਵਾਹਿਗੁਰੂ ਨਾਮ ਜਹਾਜ